ਬਾਬਾ ਤੇਰੀ ਕੌਮ ਨੂੰ ਖਾ ਗਏ ਗਦਾਰ, ਸਾਨੂੰ ਕਿਤੇ ਨਾ ਲੱਭਦੇ ਸੱਚੇ ਕਿਰਦਾਰ। ਬਾਬਾ ਸਾਡੀ ਕੌਮ ਨੂੰ ਖਾ ਗਏ ਗਦਾਰ। ਵੇਚ ਜ਼ਮੀਰਾਂ ਬਹਿ ਗਏ ਇਹ ਵਿੱਚ ਸਰਕਾਰ, ਸਾਡੀ ਬਾਂਹ ਨਾ ਕੋਈ ਫੜਦਾ ਸੱਚਾ ਕਿਰਦਾਰ। ਸਾਡੀ ਬਾਂਹ ਨਾ ਕੋਈ ਫੜਦਾ ਸੱਚਾ ਕਿਰਦਾਰ। ਬਾਬਾ ਸਾਡੀ ਕੌਮ ਨੂੰ ਖਾ ਗਏ ਗਦਾਰ। ਬਾਬੇ ਬਣ ਕੇ ਅਪਗ੍ਰੇਡ, ਤੇਰੀ ਗੁਰਬਾਣੀ ਰਹੇ ਵਿਗਾੜ। ਬਣ ਕੇ ਪੰਥ ਹਤੈਸ਼ੀ, ਤੇਰੇ ਪੰਥ ਦਾ ਕਰ ਰਹੇ ਕੂੜ ਪ੍ਰਚਾਰ। ਬਾਬਾ ਸਾਡੀ ਕੌਮ ਨੂੰ ਖਾ ਗਏ ਗਦਾਰ। ਬਾਬਾ ਸਾਡੀ ਕੌਮ ਨੂੰ ਖਾ ਗਏ ਗਦਾਰ। TV16 ਟੋਰਾਂਟੋ ਤੇ ਮੈਂ ਕੇ ਅਸਪਾਲ ਪ੍ਰੋਗਰਾਮ ਖੁੱਲ੍ਹਾ ਸੱਦਾ ਵਿੱਚ ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਵੀ ਜਿਹੜਾ ਹੈ ਉਹ ਤੁਹਾਨੂੰ ਜਿਹੜਾ ਪਸੰਦ ਆਵੇਗਾ। ਮੈਂ ਅੱਜ ਕੁਛ ਸਤਰਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਆ। ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਵੇਗੀਆਂ ਇਹ ਸਤਰਾਂ ਮੈਂ ਕੁਛ ਸਮਾਂ ਪਹਿਲਾਂ ਲਿਖੀਆਂ ਸੀ ਅਤੇ ਆਪਣੀ ਸ਼ਾਰਟ ਮੂਵੀ ਦੇ ਵਿੱਚ ਵੀ ਇਹਨਾਂ ਸਤਰਾਂ ਦਾ ਮੈਂ ਜਿਹੜਾ ਸੀਗਾ ਉਹ ਇਹਨੂੰ ਮੈਂ ਉੱਥੇ ਵੀ ਪੜ੍ਹਿਆ ਸੀ। ਸੋ ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਉਹ ਇਸੇ ਹੀ ਲਾਈਨਾਂ ਦੇ ਨਾਲ ਇਸੇ ਹੀ ਸੰਬੰਧ ਦੇ ਵਿੱਚ ਹੈ ਕਿ ਡੇਰਾਵਾਦ ਨੇ ਜਿਹੜਾ ਉਹ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਰੋਗੀ ਕਿਵੇਂ ਕੀਤਾ। ਬੜਾ ਗੰਭੀਰ ਵਿਸ਼ਾ, ਜਿਸ 'ਤੇ ਥੋੜ੍ਹੀ ਬਹੁਤ ਗੱਲਬਾਤ ਤਾਂ ਜ਼ਰੂਰ ਹੁੰਦੀ ਆ, ਲੇਕਿਨ ਕਿੰਨੀ ਕੁ ਹੁੰਦੀ ਆ ਅਤੇ ਕਿੰਨਾ ਕੁ ਅਸੀਂ ਲੋਕ ਅਸਰ ਕਰਦੇ ਹਾਂ ਅਤੇ ਕਿੰਨੇ ਕੁ ਲੋਕ ਹੁਣ ਇਹ ਮਹਿਸੂਸ ਕਰਦੇ ਨੇ ਕਿ ਇਹਨਾਂ ਲੋਕਾਂ ਨੇ ਸਾਨੂੰ ਮਾਨਸਿਕ ਤੌਰ ਦੇ ਉੱਤੇ ਜਿਹੜਾ ਰੋਗੀ ਬਣਾ ਦਿੱਤਾ ਹੈਗਾ। ਬੜੀ ਇੱਕ ਗੰਭੀਰ ਸਮੱਸਿਆ ਹੈ ਸਾਡੇ ਵਾਸਤੇ, ਜਿਹਨੂੰ ਅਸੀਂ ਸ਼ਾਇਦ ਅਣਗੌਲਿਆਂ ਕਰਕੇ ਇਹ ਸਮਝਦੇ ਹਾਂ ਕਿ ਇਹਨਾਂ ਨੂੰ ਅਸੀਂ ਇਗਨੋਰ ਕਰਕੇ ਜਾਂ ਇਸ ਦੇ ਉੱਤੇ ਗੱਲਬਾਤ ਨਾ ਕਰਕੇ ਜਿਹੜਾ ਹੈ ਉਹ ਟਾਈਮ ਟੱਪਦਾ ਜਾ ਰਿਹਾ। ਪਰ ਲੇਕਿਨ ਇਹ ਸਾਡੇ ਵਾਸਤੇ ਇੱਕ ਅਜਿਹੀ ਚੀਜ਼, ਇੱਕ ਅਜਿਹੀ ਅੜਚਨ ਪੈਦਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਸਾਨੂੰ ਇਹਨਾਂ ਚੀਜ਼ਾਂ ਨੂੰ ਸਾਂਭਣਾ ਬਹੁਤ ਜ਼ਿਆਦਾ ਮੁਸ਼ਕਲ ਜਿਹੜਾ ਉਹ ਹੋ ਜਾਵੇਗਾ। ਆਓ ਪ੍ਰੋਗਰਾਮ ਨੂੰ ਸ਼ੁਰੂਆਤ ਕਰਦੇ ਹਾਂ, ਇਹਦੇ 'ਤੇ ਗੱਲ ਖੋਲ੍ਹ ਕੇ ਕਰਦੇ ਹੈਗੇ ਹਾਂ। ਪਹਿਲਾਂ ਮੈਂ ਗੱਲ ਕਰਦਾ ਹੈਗਾ ਕਿ ਕੁਛ ਨੈਸ਼ਨਲ ਲੈਵਲ 'ਤੇ ਜਿਹੜਾ ਡੇਰਾਵਾਦ ਬੜੇ ਪ੍ਰਫੁੱਲਤ ਹੋਏ, ਕੁਛ ਜੇਲ੍ਹਾਂ 'ਚ ਤੁਰੇ ਫਿਰਦੇ ਨੇ ਅਤੇ ਕੁਛ ਜਿਹੜੇ ਬਾਹਰ ਤੁਰੇ ਫਿਰਦੇ ਨੇ ਉਹਨਾਂ ਨੇ ਵੱਡੇ ਵੱਡੇ ਅੰਪਾਇਰ ਖੜ੍ਹੇ ਕਰ ਲਏ, ਜਿਹੜੇ ਸਰਕਾਰਾਂ ਨਾਲ ਜਿਹੜੇ ਨੇ ਉਹ ਜਿਸ ਸਰਕਾਰ ਦੇ ਵੱਲ ਜਿਹਦਾ ਝੁਕਾਅ ਸੀ ਉਹ ਅੱਜ ਆਪਣੇ ਵੱਡੇ ਵੱਡੇ ਅੰਪਾਇਰ ਖੜੀ ਕਰੇ ਬੈਠੇ ਨੇ, ਅਤੇ ਜਿਹੜੇ ਦੂਸਰੇ ਸੀ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਧੱਕ ਦਿੱਤਾ, ਜਿਹੜੇ ਕਿਸੇ ਟਾਈਮ ਦੇ ਉੱਤੇ ਦੂਜੀ ਕਿਸੇ ਹਕੂਮਤ ਦੀ ਬਾਂਹ ਫੜ ਕੇ ਆਪਣੇ ਡੇਰਾਵਾਦ ਨੂੰ ਖੁੱਲ੍ਹੇਆਮ ਜਿਹੜਾ ਹੈ ਲੋਕਾਂ ਨੂੰ ਮਾਨਸਿਕ ਰੋਗੀ ਬਣਾ ਕੇ ਅਤੇ ਆਪਣੇ ਡੇਰਾਵਾਦ ਨੂੰ ਉਹਨਾਂ ਨੇ ਬੜੇ ਵੱਡੇ ਰੂਪ ਦੇ ਵਿੱਚ ਫੈਲਾਇਆ। ਇਹ ਸੀ ਤਾਂ ਗੱਲ ਉਹਨਾਂ ਲੋਕਾਂ ਦੀ ਜਿਹੜੇ ਲੋਕ ਜਿਹੜੇ ਸੀਗੇ ਉਹ ਵੱਡੇ ਰੂਪ ਦੇ ਵਿੱਚ ਜਿਹੜੇ ਨੇ ਉਹ ਸਾਡੇ ਸਾਹਮਣੇ ਨੇ। ਅਤੇ ਆਪਾਂ ਗੱਲ ਕਰਨੀ ਹੈਗੀ ਆ, ਜਿਹੜਾ ਆਪਾਂ ਵਿਸ਼ਾ ਰੱਖਣਾ ਹੈਗਾ ਉਹ ਪੰਜਾਬ ਨਾਲ ਸੰਬੰਧਿਤ ਜਿਹੜਾ ਉਹ ਮੈਂ ਰੱਖਣਾ ਕਿ ਪੰਜਾਬ ਦੇ ਵਿੱਚ 12,700 ਦੇ ਕਰੀਬ ਪਿੰਡ ਨੇ, ਅਤੇ ਮੈਨੂੰ ਲੱਗਦਾ ਕਿ ਹਰ ਪਿੰਡ ਦੇ ਵਿੱਚ ਜੇ ਕਿਸੇ ਪਿੰਡ ਦੀ ਜਿਹੜੀ ਵਸੋਂ ਆ ਉਹ ਘੱਟ ਵੀ ਹੋਵੇ ਅਤੇ ਜੇ ਉਹਨਾਂ ਲੋਕਾਂ ਨੂੰ ਡਿਵਾਈਡ ਕੀਤਾ ਜਾਵੇ ਅਤੇ ਉਹਨਾਂ ਦੇ ਹਰ ਇੱਕ ਦੇ ਕੁਛ ਘਰਾਂ ਦੇ ਪਿੱਛੇ ਆਪਣੇ ਬਾਬੇ ਜਿਹੜੇ ਨੇ ਉਹ ਮਿਲ ਜਾਣਗੇ। ਉਹ ਕਿਸੇ ਨਾ ਕਿਸੇ ਡੇਰੇ ਦੇ ਨਾਲ ਜੁੜੇ ਹੋਣ ਦਾ ਜਿਹੜਾ ਦਾਅਵਾ ਉਹ ਬੜੇ ਖੁੱਲ੍ਹੇ ਰੂਪ ਦੇ ਵਿੱਚ ਕਰਨਗੇ ਅਤੇ ਉਹਨਾਂ ਨੂੰ ਸਮਰਪਣ ਲੋਕ ਨੇ ਆਪਣਾ ਆਤਮਿਕ ਤੌਰ 'ਤੇ ਉਹਨਾਂ ਨੂੰ ਸਮਰਪਣ ਕੀਤਾ ਹੋਇਆ। ਆਤਮਿਕ ਤੌਰ 'ਤੇ, ਆਰਥਿਕ ਤੌਰ 'ਤੇ ਜਿਹੜਾ ਨੁਕਸਾਨ ਉਹ ਕਰਦੇ ਨੇ, ਮਾਨਸਿਕ ਤੌਰ ਦੇ ਉੱਤੇ ਇੰਨੇ ਕੁ ਉਹ ਰੋਗੀ ਬਣ ਚੁੱਕੇ ਨੇ ਕਿ ਉਹਨਾਂ ਨੂੰ ਐਂ ਲੱਗਦਾ ਕਿ ਕਿਤੇ ਬਾਬੇ ਦੇ ਦਰਸ਼ਨ ਨਾ ਕੀਤੇ ਜਾਂ ਬਾਬੇ ਦੇ ਡੇਰੇ ਦੇ ਉੱਤੇ ਨਾ ਗਏ ਅਤੇ ਸਾਨੂੰ ਇਹ ਲੱਗਦਾ ਕਿ ਇੱਕ ਬੜਾ ਵੱਡਾ ਗੁਨਾਹ ਜਿਹੜਾ ਉਹ ਅਸੀਂ ਕਰ ਲਵਾਂਗੇ। ਇੰਨੇ ਕੁ ਮਾਨਸਿਕ ਤੌਰ ਦੇ ਉੱਤੇ ਉਹ ਜਿਹੜੇ ਨੇ ਰੋਗੀ ਬਣ ਚੁੱਕੇ ਨੇ। ਉਹਨਾਂ ਨੂੰ ਸ਼ਾਇਦ ਆਪਣੇ ਘਰ ਦੇ ਵਿੱਚ ਬੈਠੇ ਹੋਏ ਬਜ਼ੁਰਗ ਮਾਂ-ਬਾਪ ਜਾਂ ਆਪਣੇ ਕੋਈ ਭੈਣ ਭਰਾ ਜਾਂ ਰਿਸ਼ਤੇਦਾਰ ਜਾਂ ਕੋਈ ਬਿਮਾਰ ਵਿਅਕਤੀ ਵੀ ਜਿਹੜਾ ਉਹਨੂੰ ਉਹ ਪਿੱਛੇ ਛੱਡ ਕੇ
ਤੇ ਬਾਬੇ ਦੇ ਡੇਰੇ ਨੂੰ ਉਹ ਜਾਣ ਦੇ ਉੱਤੇ ਪਹਿਲ ਜਿਹੜੀ ਆ ਉਹ ਦੇ ਦਿੰਦੇ ਹੈਗੇ ਨੇ। ਇਹਦੇ ਵਿੱਚ ਇੱਕ ਆਮ ਵਿਅਕਤੀ ਜਿਹੜਾ ਬਿਲਕੁਲ ਅਨਪੜ੍ਹ ਹੈਗਾ, ਉਹਦੇ ਵਿੱਚ ਹੀ ਉਹ ਲੋਕ ਜਿਹੜੇ ਬਹੁਤ ਜ਼ਿਆਦਾ ਠੀਕ ਠਾਕ ਪੜ੍ਹੇ ਹੋਏ ਨੇ, ਤੇ ਉਹ ਲੋਕ ਜਿਹੜੇ ਬਹੁਤ ਜ਼ਿਆਦਾ ਕੁਆਲੀਫਾਈਡ ਨੇ, ਤੇ ਉਹ ਲੋਕ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਐਕਸਟਰਾ ਆਰਡੀਨਰੀ, ਜਿਹੜੇ ਬਹੁਤ ਜ਼ਿਆਦਾ ਕੁਆਲੀਫਾਈਡ ਆਪਣੇ ਆਪ ਨੂੰ ਜਿਹੜੇ ਨੇ ਉਹ ਸਮਝਦੇ ਨੇ। ਇਹ ਸਾਰੀਆਂ ਹੀ ਕੈਟਾਗਰੀਆਂ ਜਿਹੜੀਆਂ ਨੇ ਉਹ ਕਿਸੇ ਨਾ ਕਿਸੇ ਬਾਬੇ ਦੇ ਨਾਲ ਜੁੜੀਆਂ ਨੇ, ਤੇ ਬਾਬੇ ਦੇ ਉਸ ਤਰ੍ਹਾਂ ਦੇ ਬਾਬੇ ਦੇ ਹਿਸਾਬ ਦੇ ਨਾਲ ਇਹ ਆਪਣਾ ਆਪ ਉੱਥੇ ਜਿਹੜਾ ਉਹ ਸਮਰਪਣ ਕਰਦੇ ਨੇ ਜਾ ਕੇ। ਕੋਈ ਆਰਥਿਕ ਤੌਰ ਦੇ ਉੱਤੇ ਬਾਬਿਆਂ ਨੂੰ ਗੱਡੀਆਂ ਪੇਸ਼ ਕਰਦਾ, ਕੁਛ ਆਰਥਿਕ ਤੌਰ ਦੇ ਉੱਤੇ ਬਾਬਿਆਂ ਨੂੰ ਇੰਨਾ ਕੁ ਵੱਡਾ ਬਣਾ ਕੇ ਪੇਸ਼ ਕਰ ਦਿੱਤਾ ਉਹਨਾਂ ਲੋਕਾਂ ਨੇ ਕਿ ਅੱਜ ਜਿਹੜੇ ਬਾਬੇ ਨੇ ਉਹ ਇੱਕ ਅਲੱਗ ਸੁਸਾਇਟੀ ਦੇ ਵਿੱਚ ਜਿਹੜਾ ਹੈ ਉਹ ਮੂਵ ਕਰਦੇ ਨੇ, ਜਿਹਨੂੰ ਉਹਨਾਂ ਨੇ ਇੱਕ ਸੰਤ ਸਮਾਜ ਦਾ ਨਾਮ ਹੀ ਜਿਹੜਾ ਹੈ ਉਹ ਦਿੱਤਾ। ਤੇ ਜਿਹੜਾ ਕਿ ਮੈਨੂੰ ਇਹ ਲੱਗਦਾ ਕਿ ਇੱਕ ਧਰਮ ਵਾਸਤੇ ਨਹੀਂ, ਸਾਰੇ ਧਰਮਾਂ ਵਾਸਤੇ ਹੀ ਖਤਰਨਾਕ ਸਾਬਤ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਚਲੋ ਮੈਂ ਗੱਲ ਜਿਹੜੀ ਆ ਉਹ ਆਪਣੇ ਧਰਮ ਨਾਲ ਸੰਬੰਧਿਤ ਕਰਾਂਗਾ, ਕਿਉਂਕਿ ਮੈਨੂੰ ਇਹ ਲੱਗਦਾ ਕਿ ਮੈਂ ਇਸ ਕਰਕੇ ਆਪਣੇ ਧਰਮ ਨਾਲ, ਕਿਉਂਕਿ ਮੈਂ ਦੂਸਰੇ ਕਿਸੇ ਧਰਮ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ, ਨਾ ਮੈਨੂੰ ਕੋਈ ਚੰਗਾ ਲੱਗਦਾ ਕਿ ਮੈਂ ਦੂਸਰੇ ਧਰਮ ਦੇ ਵਿੱਚ ਜਿਹੜੀ ਆ ਕੋਈ ਗੱਲਬਾਤ ਜਿਹੜੀ ਆ ਉਸ ਦੇ ਉੱਤੇ ਟਿੱਪਣੀ ਕਰਾਂ। ਲੇਕਿਨ ਜਿਸ ਧਰਮ ਦੇ ਵਿੱਚ ਅਸੀਂ ਪੈਦਾ ਹੋਏ ਆ, ਉਸ ਧਰਮ ਦੇ ਨਾਲ ਸੰਬੰਧਿਤ ਗੱਲ ਕਰਨੀ ਸਾਡਾ ਫਰਜ਼ ਬਣਦਾ। ਤੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸਾਡਾ ਜਿਹੜਾ ਜੋ ਵਰਤਾਰਾ ਇਹ ਵਾਪਰ ਰਿਹਾ, ਇਸ ਵਰਤਾਰੇ ਨੂੰ ਉਜਾਗਰ ਕਰਨਾ ਜਾਂ ਇਸ ਵਰਤਾਰੇ ਨੂੰ ਸਮਝਣਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਕੁਛ ਉਹ ਡੇਰੇ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਬਿਲਕੁਲ ਫਰੰਟ ਦੇ ਉੱਤੇ ਦਿਖਦੇ ਨੇ, ਤੇ ਉਹਨਾਂ ਵਿੱਚ ਉਹਨਾਂ ਸਿੱਖਾਂ ਦੀ ਸ਼ਮੂਲੀਅਤ ਤੁਹਾਨੂੰ ਨਹੀਂ ਦਿਸੇਗੀ ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਜਿਹੜੇ ਨੇ ਉਹ ਕਹਿੰਦੇ ਨੇ। ਪਰ ਬਦਕਿਸਮਤੀ ਦੇ ਨਾਲ ਉਹ ਡੇਰੇ ਵੀ ਓਨੇ ਪ੍ਰਫੁੱਲਤ ਨੇ, ਮਾਫ ਕਰਨਾ, ਓਨਾ ਹੀ ਸਿੱਖੀ ਦਾ ਘਾਣ ਕਰ ਰਹੇ ਨੇ, ਜਿਹੜੇ ਕਹਿੰਦੇ ਤੇ ਹੈ ਕਿ ਅਸੀਂ ਸਿੱਖੀ ਪ੍ਰਚਾਰ ਕਰਦੇ ਪਏ ਹਾਂ, ਪਰ ਲੇਕਿਨ ਉਹ ਸਿੱਖੀ ਦੇ ਪ੍ਰਚਾਰ ਦੇ ਨਾਂ ਦੇ ਉੱਤੇ ਸਿੱਖ ਧਰਮ ਦੇ ਵਿੱਚ ਬੜਾ ਵੱਡਾ ਪਾੜਾ ਜਿਹੜਾ ਹੈ ਉਹ ਪੈਦਾ ਕਰਦੇ ਪਏ ਨੇ। ਜਦੋਂ ਇਹਨਾਂ ਬਾਬਿਆਂ ਦੇ ਨੂੰ ਤੁਸੀਂ ਘੋਖਦੇ ਹੋ, ਜਦੋਂ ਇਹਨਾਂ ਬਾਬਿਆਂ ਦੇ ਪਿਛੋਕੜ ਤੇ ਜਾਂਦੇ ਹੋ, ਜਦੋਂ ਇਹਨਾਂ ਬਾਬਿਆਂ ਦਾ ਸਾਰਾ ਤੁਸੀਂ ਲਾਈਫ ਦਾ ਜਿੰਨਾ ਕੁ ਹੁਣ ਜਿਸ ਹਿਸਾਬ ਦੇ ਨਾਲ ਉਹਨਾਂ ਦਾ ਸਫ਼ਰ ਹੈ ਤੁਸੀਂ ਉਹਨਾਂ ਦੇ ਉੱਤੇ ਝਾਤ ਮਾਰਦੇ ਹੋ, ਤੇ ਫਿਰ ਤੁਹਾਨੂੰ ਇਹ ਗੱਲ ਬੜੀ ਸਹਿਜੇ ਜੇ ਸਮਝ ਆ ਜਾਂਦੀ ਹੈਗੀ ਆ ਕਿ ਇਹ ਸਾਰਾ ਕੁਝ ਵਰਤਾਰਾ ਵਾਪਰ ਕਿਉਂ ਰਿਹਾ ਤੇ ਕਿਉਂ ਇਹ ਲੋਕ ਜਿਹੜੇ ਨੇ ਇਸ ਤਰ੍ਹਾਂ ਦੇ ਨਾਲ ਕਰਦੇ ਪਏ ਨੇ, ਕਿਉਂ ਇਹਨਾਂ ਦੀ ਮਨਸ਼ਾ ਕੀ ਹੈਗੀ ਆ। ਤੇ ਮੈਨੂੰ ਹੈਰਾਨਗੀ ਉਦੋਂ ਹੁੰਦੀ ਆ ਕਿ ਜਦੋਂ ਬਹੁਤ ਸਾਰੇ ਨੌਜਵਾਨ ਵੀ ਕਈ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ, ਤੇ ਫਿਰ ਫੇਸਬੁੱਕਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਆਪਣੇ ਬਾਬੇ ਨੂੰ ਵੱਡਾ ਹੋਣ ਜਾਂ ਆਪਣੇ ਬਾਬੇ ਨੂੰ ਸੱਚਾ ਸੁੱਚਾ ਹੋਣ ਦੇ ਕਾਰਨ ਫੇਸਬੁੱਕਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨੂੰ ਗਾਲੋ ਗਲੋਚ ਜਿਹੜੀ ਆ ਇੰਨੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਕਿ ਜਿਹੜੀਆਂ ਨਾ ਸੁਣਨ ਯੋਗ ਜਿਹੜੀਆਂ ਨੇ ਉਹ ਹੈਗੀਆਂ ਨੇ। ਸੋ ਇਹ ਸਾਰਾ ਕੁਝ ਵਾਪਰ ਰਿਹਾ। ਇੱਕ ਦੁਸ਼ਮਣ ਤਾਂ ਅਦੇਖ ਹੈ, ਜਿਹੜੇ ਚੰਗੀ ਸੋਚ ਰੱਖਦੇ ਨੇ, ਜਿਹੜੇ ਉਸ ਸਿੱਖ ਧਰਮ ਨੂੰ ਪਰਨਾਏ ਹੋਏ ਨੇ ਜਾਂ ਸਿੱਖ ਧਰਮ ਦੀ ਅਸਲੀਅਤ ਨੂੰ ਪਛਾਣਦੇ ਨੇ, ਉਹਨਾਂ ਲੋਕਾਂ ਨੂੰ ਤਾਂ ਇਹ ਬਿਲਕੁਲ ਕਲੀਅਰ ਜਿਹੜਾ ਸਭ ਕੁਝ ਦਿਖਦਾ। ਲੇਕਿਨ ਕੁਛ ਲੋਕ ਜਿਹੜੇ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਤੇ ਆਪਣਾ ਸਮਾਂ ਜਿਹੜਾ ਸਭ ਤੋਂ ਕੀਮਤੀ ਹੈ, ਤੇ ਸਮੇਂ ਦੇ ਵਿੱਚ ਹੀ ਸਾਰਾ ਕੁਝ ਇਹ ਚੀਜ਼ਾਂ ਜਿਹੜੀਆਂ ਵੱਜੀਆਂ ਹੋਈਆਂ ਨੇ, ਤੇ ਉਹ ਬਾਬਿਆਂ ਨਾਲ ਸੈਲਫੀਆਂ ਪਾ ਕੇ ਵੀ ਤੇ ਬਾਬਿਆਂ ਦੇ ਨਾਲ ਫੋਟੋਆਂ ਖਿਚਾ ਕੇ ਵੀ ਤੇ ਆਪਣੇ ਫੇਸਬੁੱਕ ਸਟੇਟਸ ਜਿਹੜੇ ਨੇ ਉਹ ਅਪਡੇਟ ਕਰਦੇ ਨੇ। ਤੇ ਮੈਨੂੰ ਕਈ ਵਾਰੀ ਉਦੋਂ ਹੈਰਾਨਗੀ ਹੁੰਦੀ ਆ ਕਿ ਕਿੰਨਾ ਸਮਾਂ ਇਹ ਲੋਕ ਉਹਨਾਂ ਦੀਆਂ ਬੇਹੂਦੀਆਂ ਗੱਲਾਂ, ਜਿਨ੍ਹਾਂ ਦਾ ਗੁਰਬਾਣੀ ਦੇ ਨਾਲ ਕੋਈ ਲਾਗਾ ਤੇਗਾ ਵੀ ਨਹੀਂ ਹੁੰਦਾ, ਉਹ ਗੱਲਾਂ ਉਹ ਲੋਕ ਸੁਣਾ ਕੇ ਕਿ ਉਹ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੇ ਨਾਲ ਕੀਲਦੇ ਨੇ, ਕੀ ਉਹ ਇਹਨਾਂ ਦੇ ਜਿਹੜਾ ਸਿਰਾਂ ਦੇ ਵਿੱਚ ਧੂੜਦੇ ਨੇ ਕਿ ਅਸੀਂ ਘਰ ਵਿੱਚ ਬੈਠੇ ਹੋਏ ਮਾਂ-ਬਾਪ,
घर विच होर जिहड़ा साडी कोई समस्या उहनूं भी पिछे छड्ड के बाबे ते डेरे जाण नूं असीं जिहड़ा है ਉਹ ਪਹਿਲ ਦੇ ਤੌਰ ਦੇ ਉੱਤੇ ਜਿਹੜਾ ਉਹ ਰੱਖਦੇ ਹੈਗੇ ਆ। ਤੇ ਸਾਡਾ ਬਾਬਾ ਵੱਡਾ ਹੋਣ ਦਾ ਜਿਹੜਾ ਅਸੀਂ ਦਾਅਵਾ ਫੇਸਬੁੱਕਾਂ ਸੋਸ਼ਲ ਮੀਡੀਆ ਦੇ ਉੱਤੇ ਕਰਦੇ ਆ, ਤੇ ਉੱਥੋਂ ਇਹ ਚੀਜ਼ ਬੜੀ ਕਲੀਅਰ ਕੱਟ ਜਿਹੜੀ ਆ ਉਹ ਬਿਲਕੁਲ ਸਾਹਮਣੇ ਆ ਜਾਂਦੀ ਆ ਕਿ ਅਸੀਂ ਮਾਨਸਿਕ ਤੌਰ ਦੇ ਉੱਤੇ ਕਿੰਨੇ ਇਹਨਾਂ ਲੋਕਾਂ ਦੇ ਗੁਲਾਮ ਤੇ ਬਿਮਾਰ ਜਿਹੜੇ ਆ ਉਹ ਹੋ ਚੁੱਕੇ ਆ। ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਦਾ, ਕਿਉਂਕਿ ਜਦੋਂ ਤੁਸੀਂ ਕਿਸੇ ਅਨੁਸਾਰ ਚੱਲਣ ਦੀ ਗੱਲ ਕਬੂਲ ਲੈਂਦੇ ਹੋ, ਜਦੋਂ ਤੁਸੀਂ ਕਿਸੇ ਦੇ ਕਹੇ ਹੋਏ ਸ਼ਬਦਾਂ ਨੂੰ ਜਾਂ ਕਹੀ ਹੋਈ ਗੱਲ ਨੂੰ ਹੀ ਬਿਲਕੁਲ ਅਖੀਰਲਾ ਸੱਚ ਮੰਨ ਕੇ ਤੇ ਆਪਣੇ ਜੀਵਨ ਦੇ ਵਿੱਚ ਧਾਰ ਲੈਂਦੇ ਹੋ ਉਸ ਬਾਬੇ ਦੀ ਕਹੀ ਹੋਈ ਗੱਲ ਨੂੰ, ਜਿਹੜਾ ਕਿ ਇਹ ਕਹਿੰਦਾ ਕਿ ਮੈਂ ਸਿੱਖੀ ਦਾ ਪ੍ਰਚਾਰ ਕਰਦਾ, ਪਰ ਲੇਕਿਨ ਸਿੱਖੀ ਦੇ ਪ੍ਰਚਾਰ ਨਾਲ ਉਹਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ, ਲੇਕਿਨ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਅਜਿਹਾ ਕੁਛ ਲਪੇਟ ਕੇ ਤੁਹਾਡੇ ਅੰਦਰ ਸਿੱਟ ਰਿਹਾ ਤੇ ਜਿਹਨੂੰ ਤੁਸੀਂ ਬੜੇ ਆਰਾਮ ਦੇ ਨਾਲ ਪਚਾ ਰਹੇ ਹੋ ਤੇ ਉਹਨਾਂ ਦੇ ਗੁਲਾਮ ਜਿਹੜੀ ਆ ਉਹ ਹੋਈ ਜਾ ਰਹੇ ਹੋ। ਤੇ ਗੁਲਾਮ ਮਾਨਸਿਕਤਾ ਦਾ ਜਿਹੜਾ ਪ੍ਰਗਟਾਵਾ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਤੁਸੀਂ ਜਿਹੜਾ ਉਹ ਕਰ ਲੈਂਦੇ ਹੈਗੇ ਹੋ, ਤੇ ਫਿਰ ਤੁਸੀਂ ਆਪਣੇ ਜੀਵਨ ਦੇ ਵਿੱਚ ਅਜਿਹਾ ਕੁਛ ਕਰਦੇ ਹੋ ਜਿਹੜਾ ਕਿ ਮੈਨੂੰ ਲੱਗਦਾ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਹੈਗਾ। ਸਾਨੂੰ ਜਾਂ ਤਾਂ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ, ਜਾਂ ਫਿਰ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਨਹੀਂ, ਜਾਂ ਫਿਰ ਸਾਨੂੰ ਆਪਣੀ ਜਿਹੜੀ ਹਿਸਟਰੀ ਆ ਉਸ ਦੇ ਉੱਤੇ ਕੋਈ ਭਰੋਸਾ ਨਹੀਂ, ਜਾਂ ਸਾਨੂੰ ਆਪਣੇ ਗੁਰੂਆਂ ਦੀ ਕੁਰਬਾਨੀਆਂ ਨੂੰ ਅਸੀਂ ਜਿਹੜਾ ਹੈ ਉਹ ਪਿੱਛੇ ਛੱਡ ਦਿੰਦੇ ਹਾਂ, ਜਾਂ ਉਹਨਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ, ਉਹਨਾਂ ਵੱਲ ਸਾਡਾ ਧਿਆਨ ਨਹੀਂ ਜਾਂਦਾ ਤੇ ਇਹਨਾਂ ਬਾਬਿਆਂ ਦੀ ਝੋਲੀ ਦੇ ਵਿੱਚ ਅਸੀਂ ਜਾ ਕੇ ਡਿੱਗ ਜਾਂਦੇ ਹਾਂ ਤੇ ਮਾਨਸਿਕ ਤੌਰ ਦੇ ਉੱਤੇ ਅਸੀਂ ਰੋਗੀ ਹੀ ਹੁੰਨੇ ਆ। ਲੇਕਿਨ ਬਦਕਿਸਮਤੀ ਦੇ ਨਾਲ ਇਸ ਰੋਗ ਨੂੰ ਪਛਾਣਦੇ ਕਿੰਨੇ ਬੰਦੇ ਨੇ, ਇਸ ਰੋਗ ਨੂੰ ਜਿਹੜਾ ਹੈ ਉਹ ਕਿੰਨੇ ਕੁ ਲੋਕ ਜਿਹੜੇ ਮਹਿਸੂਸ ਕਰਦੇ ਨੇ ਕਿ ਅਸੀਂ ਮਾਨਸਿਕ ਤੌਰ ਦੇ ਉੱਤੇ ਇਸ ਚੀਜ਼ ਦੇ ਰੋਗੀ ਹੈਗੇ ਆ। ਸੋ ਬਹੁਤ ਸਾਰੇ ਡੇਰੇ ਨੇ, ਬਹੁਤ ਸਾਰਾ ਕੁਛ ਤੁਸੀਂ ਦੇਖ ਰਹੇ ਹੈਗੇ ਹੋ। ਉਹ ਜਦੋਂ ਗੱਲਬਾਤ ਕਰਦੇ ਨੇ ਤੇ ਉਹਨਾਂ ਦੇ ਗੱਲਬਾਤ ਦਾ ਜਿਹੜਾ ਕਰਨ ਦਾ ਤਰੀਕਾ ਹੈ ਕਿ ਅਸੀਂ ਅਪਗ੍ਰੇਡ ਆ ਜੀ, ਸਾਨੂੰ ਬੜੀ ਸਮਝ ਆ ਗਈ ਆ। ਤੇ ਜਦੋਂ ਕਈ ਵਾਰੀ ਪਿਛੋਕੜ ਦੇ ਵਿੱਚ ਉਹਨਾਂ ਦੇ ਉੱਤੇ ਜਾਓ ਤਾਂ ਜਿਹੜਾ ਉਹਨਾਂ ਦਾ ਜੀਵਨ ਹੈ, ਕਈ ਤਾਂ ਬਿਲਕੁਲ ਆ ਮੁੰਡੇ ਜਿਹੇ ਬਿਲਕੁਲ ਕਈ ਵਾਰੀ ਹੈਰਾਨਗੀ ਹੁੰਦੀ ਆ ਜਦੋਂ ਉਹਨਾਂ ਦੀ ਉਮਰ ਵੱਲ ਦੇਖਦੇ ਆ। ਚਲੋ ਖੈਰ ਅਧਿਆਤਮ ਦੇ ਵਿੱਚ ਉਮਰ ਦਾ ਲੈਣਾ ਦੇਣਾ ਵੈਸੇ ਕੁਛ ਨਹੀਂ ਹੁੰਦਾ ਜੇ ਅਧਿਆਤਮ ਤੌਰ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਪਰ ਇਹ ਲੋਕ ਅਧਿਆਤਮ ਨੂੰ ਵੀ ਬਿਲਕੁਲ ਪਿੱਛੇ ਛੱਡਦੇ ਨੇ, ਉਸ ਦੇ ਉੱਤੇ ਵੀ ਗੱਲਬਾਤ ਜਿਹੜੀ ਉਹ ਨਹੀਂ ਕਰਦੇ। ਜੇ ਸਹੀ ਦਿਸ਼ਾ ਵੱਲ ਜਾ ਰਹੇ ਹੋਣ ਤਾਂ ਫਿਰ ਅਧਿਆਤਮ ਦੀ ਗੱਲ ਵੀ ਜਿਹੜੀ ਆ ਉਹ ਸਮਝ ਆਉਂਦੀ ਆ। ਲੇਕਿਨ ਜੇ ਤੁਹਾਨੂੰ ਉਹ ਲੜਾ ਰਹੇ ਨੇ, ਜੇ ਸਿੱਖ ਕੌਮ ਦੇ ਵਿੱਚ ਪਾੜਾ ਪਾ ਰਹੇ ਨੇ, ਸਿੱਖੀ ਦੇ ਪ੍ਰਚਾਰ ਦੇ ਨਾਮ ਦੇ ਉੱਤੇ ਕੂੜ ਪ੍ਰਚਾਰ ਕਰ ਰਹੇ ਨੇ, ਜਾਂ ਤੁਹਾਡੇ ਗੁਰੂਆਂ ਦੇ ਉੱਤੇ ਉਂਗਲੀ ਉਠਾਉਂਦੇ ਨੇ, ਜਾਂ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਹਾਂ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਜਿਹੜੇ ਲੋਕ ਬੈਠੇ ਨੇ ਉਹਨਾਂ ਤੇ ਉਂਗਲੀ ਉਠਾਉਣੀ ਤਾਂ ਜਾਇਜ਼ ਹੈਗੀ ਆ, ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਡੀ ਸਿਰਮੌਰ ਜਿਹੜੀ ਸਾਡੀ ਸੰਸਥਾ ਹੈ, ਸ਼੍ਰੋਮਣੀ ਕਮੇਟੀ ਹੈਗੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਸ ਦੇ ਵਿੱਚ ਲੱਖ ਉਹ ਬੰਦੇ ਬੈਠੇ ਜਿਹੜੇ ਨੇ ਉਹ ਸਰਕਾਰੀ ਬੰਦੇ ਨੇ। ਆਪਾਂ ਉਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਉਹਨਾਂ ਬੰਦਿਆਂ ਤੇ ਉਂਗਲੀ ਉਠਾਉਣੀ ਤੇ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਉਂਗਲੀ ਉਠਾਉਣ ਦੇ ਵਿੱਚ ਬਹੁਤ ਵੱਡਾ ਫਰਕ ਹੈਗਾ। ਤੇ ਜਿਹੜੇ ਇਨਸਾਨ ਜਾਂ ਜਿਹੜੇ ਬਾਬੇ ਇਹ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਉਂਗਲੀ ਕਰਦੇ ਨੇ, ਸਰੋਵਰ ਸਾਹਿਬ ਦੇ ਉੱਤੇ ਕੋਈ ਉਂਗਲੀ ਕਰਦੇ ਹੈਗੇ ਨੇ, ਜਾਂ ਗੁਰੂਆਂ ਦੇ ਇਤਿਹਾਸ ਦੇ ਉੱਤੇ ਕੋਈ ਉਂਗਲੀ ਕਰਦੇ ਨੇ, ਤੇ ਫਿਰ ਜੇ ਅਸੀਂ ਉਹਨਾਂ ਨੂੰ ਵੀ ਜਿਹੜਾ ਹੈ ਉਹ ਆਪਣੇ ਅੰਦਰ ਸਮਾਈ ਚਲੀ ਜਾ ਰਹੇ ਹਾਂ ਤੇ ਫਿਰ ਅਸੀਂ ਸਿੱਖ ਹੋਣ ਦਾ ਦਾਅਵਾ ਨਹੀਂ ਕਰ ਸਕਦੇ। ਸਾਡਾ ਸਿੱਖੀ ਦੇ ਨਾਲ ਫਿਰ ਲਾਗਾ ਤੇਗਾ ਜਿਹੜਾ ਹੈ ਉਹ ਕੋਈ ਨਹੀਂ ਹੈਗਾ। ਮੈਨੂੰ ਇਹ ਲੱਗਦਾ ਕਿ ਇਹ ਸਾਡੀ ਇੱਕ ਅੱਜ ਦੇ ਸਮੇਂ ਦੇ ਵਿੱਚ ਬਦਕਿਸਮਤੀ ਹੈ, ਜਿੱਥੇ ਸਾਡੇ ਕੋਲ ਪ੍ਰਚਾਰ ਦੇ ਬਹੁਤ ਸਾਰੇ ਮਾਧਿਅਮ ਪੈਦਾ ਹੋ ਗਏ, ਜਿੱਥੇ ਪ੍ਰਚਾਰ ਤੇ ਪਸਾਰ ਹੋ ਸਕਦਾ ਸੀ
ਉੱਥੇ ਕੂੜ ਪ੍ਰਚਾਰ ਨੇ ਇੱਕ ਵੱਡਾ ਥਾਂ ਲੈ ਲਿਆ ਤੇ ਜਿਹਦੇ ਵਿੱਚ ਅਸੀਂ 4 ਕਦਮ ਸਿੱਖੀ ਨੂੰ ਗਾਂਹ ਪੁੱਟਦੇ ਹੋਇਆ ਦੇਖਣ ਦੀ ਬਜਾਏ ਅਸੀਂ ਜਿਹੜਾ ਹੈ ਉਹ ਨਿਗਾਰ ਉਹਦੇ ਵਿੱਚ ਤੇ ਉਹ ਪਿੱਛੇ ਨੂੰ ਆਉਂਦਾ ਜਿਹੜਾ ਕੰਮ ਦਿਖਾਈ ਦੇ ਰਿਹਾ ਹੈਗਾ। ਜਿੱਥੇ ਸਾਡੇ ਸਿੱਖ ਪਰੰਪਰਾਵਾਂ ਦੀ ਗੱਲਬਾਤ ਹੋਣੀ ਚਾਹੀਦੀ ਸੀ, ਸਿੱਖਿਅਤ ਦੀ ਗੱਲਬਾਤ ਹੋਣੀ ਚਾਹੀਦੀ ਸੀ, ਉੱਥੇ ਸਾਨੂੰ ਜਿਹੜਾ ਹੈ ਸਾਡੇ ਹੀ ਹਿਸਟਰੀ ਦੇ ਉੱਪਰ, ਸਾਡੇ ਹੀ ਗੁਰਦੁਆਰਾ ਸਾਹਿਬਾਨਾਂ ਦੇ ਉੱਪਰ ਤੇ ਸਾਡੀਆਂ ਹੀ ਧਾਰਮਿਕ ਜਿਹੜੇ ਸੰਸਥਾਵਾਂ ਨੇ ਜਿਨ੍ਹਾਂ ਦੇ ਉੱਤੇ ਕਬਜ਼ਾ ਤਾਂ ਕਿਸੇ ਹੋਰ ਦਾ ਹੋ ਸਕਦਾ, ਉਹਨਾਂ ਤੇ ਉਂਗਲੀ ਉਠਾਉਣ ਦਾ ਮਤਲਬ ਇਹ ਹੈਗਾ ਕਿ ਤੁਸੀਂ ਸਿੱਖ ਪਰੰਪਰਾਵਾਂ ਨੂੰ ਜਿਹੜਾ ਹੈ ਉਹ ਬੜੇ ਵੱਡੇ ਰੂਪ ਦੇ ਵਿੱਚ ਖੋਰਾ ਜਿਹੜਾ ਉਹ ਲਾ ਰਹੇ ਹੈਗੇ ਹੋ ਤੇ ਉਹਦਾ ਖਮਿਆਜਾ ਅਸੀਂ ਅੱਜ ਵੀ ਭੁਗਤ ਰਹੇ ਹਾਂ। ਤੇ ਜੇ ਅਸੀਂ ਇਸ ਜਿਹੜੀ ਇਹ ਸਿਉਂਕ ਲੱਗ ਗਈ ਆ ਨਾ ਸਾਨੂੰ, ਤੇ ਸਿਉਂਕ ਦਾ ਇਲਾਜ ਵੀ ਸਾਨੂੰ ਪਤਾ ਹੁੰਦਾ ਕਿ ਸਿਉਂਕ ਲਾਉਣੀ ਕਿਵੇਂ ਆ, ਤੇ ਜੇ ਅਸੀਂ ਇਸ ਸਿਉਂਕ ਦਾ ਇਲਾਜ ਨਾ ਕੀਤਾ ਨਾ ਤੇ ਫਿਰ ਅਸੀਂ ਆਪਣੇ ਧਰਮ ਤੋਂ ਵੀ ਵਾਂਝੇ ਹੋ ਜਾਵਾਂਗੇ। ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਨਹੀਂ ਪਤਾ ਲੱਗੇਗਾ ਕਿ ਸੱਚ ਕੀ ਆ ਤੇ ਝੂਠ ਕੀ ਆ, ਕਿਉਂਕਿ ਇਹ ਝੂਠ ਇੰਨਾ ਕੁ ਫੈਲਾ ਰਹੇ ਨੇ, ਇੰਨਾ ਕੁ ਜ਼ਿਆਦਾ ਧਰਮ ਦਾ ਨੁਕਸਾਨ ਕਰਦੇ ਪਏ ਨੇ ਕਿ ਜਿਹਦੇ ਵਿੱਚ ਸਾਨੂੰ ਇਹ ਸਮਝਣਾ ਸਾਡੇ ਆਉਣ ਵਾਲੀ ਪੀੜ੍ਹੀ ਨੂੰ, ਅੱਜ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹਨਾਂ ਨੂੰ ਕਾਊਂਟਰ ਕਰਦੇ ਨੇ, ਬਹੁਤ ਸਾਰੇ ਸਵਾਲ ਜਵਾਬ ਕੀਤੇ ਜਾਂਦੇ ਨੇ, ਪਰ ਇਹ ਸੋਚੀਏ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈਗੀ ਆ, ਆਉਣ ਵਾਲੀ ਪੀੜ੍ਹੀ ਹੈਗੀ ਆ, ਉਹਦੇ ਕੋਲ ਕੀ ਬਚਦਾ, ਉਹਨੂੰ ਕਿਵੇਂ ਡਾਇਰੈਕਸ਼ਨ ਜਿਹੜੀ ਆ ਉਹ ਦਿੱਤੀ ਜਾਏਗੀ, ਕੌਣ ਉਹਨਾਂ ਨੂੰ ਡਾਇਰੈਕਸ਼ਨ ਜਿਹੜੀ ਉਹ ਦੇਵੇਗਾ, ਕੌਣ ਜਿਹੜੇ ਉਹ ਬੰਦੇ ਹੋਣਗੇ ਇਹਨਾਂ ਨੂੰ ਕਾਊਂਟਰ ਕਰਨਗੇ। ਕਿਉਂਕਿ ਜਿਸ ਹਿਸਾਬ ਨਾਲ ਇਹ ਕੂੜ ਪ੍ਰਚਾਰ ਕਰਦੇ ਪਏ ਨੇ, ਉਸ ਕੂੜ ਪ੍ਰਚਾਰ ਦੇ ਵਿੱਚ ਤਾਂ ਸਾਡੀ ਸਿੱਖੀ ਦਾ ਜਿਹੜਾ ਨਾਮੋ ਨਿਸ਼ਾਨ ਮਿਟਾਉਣ ਦੀਆਂ ਗੱਲਾਂ ਇਹ ਕਰੀ ਜਾ ਰਹੇ ਨੇ। ਇੱਕ ਤਾਂ ਜਿਹੜੇ ਦੁਸ਼ਮਣ ਨੇ ਉਹ ਸ਼ਰੇਆਮ ਬੈਠੇ ਨੇ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਾਡੇ ਇਤਿਹਾਸ ਨੂੰ ਜਿਹੜਾ ਉਹ ਵਿਗਾੜ ਦੇਣ, ਸਾਡੇ ਇਤਿਹਾਸ ਨੂੰ ਇਤਿਹਾਸ ਦੇ ਵਿੱਚ ਬਦਲ ਦੇਣ, ਸਾਡੀਆਂ ਸਿੱਖ ਪਰੰਪਰਾਵਾਂ ਨੂੰ ਜਿਹੜੀ ਆ ਉਹ ਚੰਗੀ ਤਰ੍ਹਾਂ ਦੇ ਨਾਲ ਠੇਸ ਮਾਰਨ। ਤੇ ਇੱਕ ਉਹ ਜਿਹੜੇ ਸਾਡੇ ਰੂਪ ਦੇ ਵਿੱਚ ਬੈਠੇ ਹੋਏ ਨੇ, ਸਾਡੇ ਵਰਗੇ ਨੇ, ਸਾਨੂੰ ਹੀ ਇਹ ਮਹਿਸੂਸ ਕਰਾਉਂਦੇ ਨੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਪਏ ਹਾਂ, ਤੇ ਉਹ ਬੜੇ ਵੱਡੇ ਰੂਪ ਦੇ ਵਿੱਚ ਨੁਕਸਾਨ ਜਿਹੜਾ ਉਹ ਕਰਾ ਰਹੇ ਨੇ। ਜਿੱਥੇ ਸਾਡੀਆਂ ਸਿੱਖ ਸੰਸਥਾਵਾਂ ਉਹਨਾਂ ਦੀਆਂ ਕਠਪੁਤਲੀਆਂ ਬਣੀਆਂ ਹੋਈਆਂ ਨੇ, ਉਸੇ ਤਰ੍ਹਾਂ ਦੇ ਨਾਲ ਇਹ ਡੇਰਾਵਾਦ ਵੀ ਜਿਹੜਾ ਹੈ, ਇਹ ਸਰਕਾਰੀ ਡੇਰਾਵਾਦ, ਇਹ ਸਰਕਾਰੀ ਏਜੰਸੀਆਂ ਦੀ ਭੇਂਟ ਚੜ੍ਹੇ ਹੋਏ ਬਾਬੇ ਜਿਹੜੇ ਨੇ ਉਹ ਵੱਡੇ ਰੂਪ ਦੇ ਵਿੱਚ ਸਾਡੀ ਸਿੱਖੀ ਦਾ ਜਿਹੜਾ ਨੁਕਸਾਨ ਆ ਉਹ ਕਰਾਈ ਚਲੀ ਜਿਹੜੇ ਆ ਉਹ ਜਾ ਰਹੇ ਹੈਗੇ ਨੇ। ਤੇ ਸਾਨੂੰ ਸਮਝ ਜਿਹੜੀ ਆ ਉਹ ਕਿੰਨੇ ਕੁ ਲੋਕਾਂ ਨੂੰ ਆ ਰਹੀ ਆ, ਸਵਾਲ ਤਾਂ ਇਹ ਆ ਸਭ ਤੋਂ ਵੱਡਾ, ਅਸੀਂ ਇਸ ਚੀਜ਼ ਨੂੰ ਕਿਉਂ ਜਿਹੜਾ ਹੈ ਉਹ ਸਮਝ ਨਹੀਂ ਰਹੇ ਹੈਗੇ। ਸਮਾਂ ਵਕਫਾ ਜਿਹੜਾ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਆਪਾਂ ਨੂੰ ਇੱਥੇ ਲੈਣੀ ਪੈਣੀ ਆ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਤੇ ਅਗਲੇ ਹਿੱਸੇ 'ਚ ਜਿਹੜੀ ਅਗਲੀ ਗੱਲਬਾਤ ਹੈ ਉਹ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ। वक्त बदल चुका है ते वक्त दे नाल बदल चुके ने एंटरटेनमेंट दे साधन भी। हुण केबल, सैटेलाइट या IPTV बॉक्स दी कोई जरूरत नहीं। अपना स्मार्टफोन चुको अते ऐप स्टोर या गूगल प्ले स्टोर तो आज ही डाउनलोड करो ईबाबा एंटरटेनमेंट ऐप। कास्ट डोंगल दी मदद नाल तुसी अपने पसंदीदा टीवी चैनल्स या मूवीज अपने टीवी ते भी देख सकदे हो अते ड्राइव करदे वेले ब्लूटूथ नाल रेडियो भी सुन सकदे हो। ईबाबा एंटरटेनमेंट ऐप एंड्रॉयड टीवी अते सेट टॉप बॉक्स गूगल प्ले स्टोर ते उपलब्ध हैं। सो जल्दी तो जल्दी खुद भी ये ऐप डाउनलोड करो अते अपने फैमिली फ्रेंड्स नाल भी ये जानकारी शेयर करो। ईबाबा एंटरटेनमेंट ऐप। ਜੇਕਰ ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨੇ ਨੂੰ ਪੂਰਾ ਕਰਨਗੇ ਵਿੱਕੀ ਸਿੰਘ।
ਸੋ ਵਿੱਕੀ ਸਿੰਘ ਹੋਣਾ ਨਾਲ ਤੁਸੀਂ ਬੈਠੋ, ਉਹਨਾਂ ਨਾਲ ਇੱਕ ਮੀਟਿੰਗ ਕਰੋ, ਤੁਹਾਡੇ ਘਰ ਦੇ ਵਧੀਆ ਡਾਲਰ ਦਵਾ ਸਕਦੇ ਨੇ। ਅਗਰ ਤੁਸੀਂ ਕੋਈ ਫਸਟ ਟਾਈਮ ਬਾਇਰ ਹੋ, ਤੁਸੀਂ ਵਧੀਆ ਪ੍ਰੋਪਰਟੀ ਲੱਭ ਰਹੇ ਹੋ, ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰੋ, ਤੁਹਾਡੇ ਬਜਟ ਦੇ ਅਕੋਰਡਿੰਗ ਟੂ ਤੁਹਾਨੂੰ ਵਧੀਆ ਘਰ ਦਿਵਾਉਣਗੇ। ਸੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ। ਉਹਨਾਂ ਦਾ ਕੰਟੈਕਟ ਨੰਬਰ ਹੈਗਾ 3659990709 ਦੇ ਉੱਤੇ, 365 999 0709 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਇਲ ਏਪਰੇਜ਼ ਨਾਲ ਕੰਮ ਕਰਦੇ ਨੇ, ਬੈਠ ਕੇ ਮੀਟਿੰਗ ਕਰੋ। ਅਗਰ ਕੋਈ ਇਨਵੈਸਟਮੈਂਟ ਪ੍ਰਾਪਰਟੀ ਵੀ ਲੱਭ ਰਹੇ ਹੋ ਤਾਂ ਵੀ ਤੁਹਾਡੀ ਜਿਹੜੀ ਹੈ ਉਸ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈਗਾ। ਸੋ ਸੰਪਰਕ ਕਰੋ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ ਅਗੇਨ 3659990709 ਦੇ ਉੱਤੇ। TV16 टोरंटो देख रहे हैं दर्शकों को सत श्री अकाल। मैं केविन गुरबाल लेके आ रही हूँ प्रोग्राम मस्ती विद किड्स। अगर ਤੁਹਾਡੀ एज ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲ੍ਹਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਸਾਡਾ ਪ੍ਰੋਗਰਾਮ ਵੀ ਪਸੰਦ ਆ ਰਿਹਾ ਹੋਵੇਗਾ। ਆਪਣੇ ਕਮੈਂਟ ਔਰ ਆਪਣੇ ਜਿਹੜੀ ਵੀ ਕੋਈ ਸੁਝਾਅ ਨੇ ਸਾਡੇ ਤੱਕ ਜ਼ਰੂਰ ਪਹੁੰਚਦੇ ਕਰਿਆ ਕਰੋ। ਸਾਡੇ WhatsApp ਨੰਬਰ 'ਤੇ 9058725259 ਦੇ ਉੱਤੇ ਆਪਣਾ ਟੈਕਸਟ ਮੈਸੇਜ ਤੁਸੀਂ ਸਾਨੂੰ ਕਰ ਸਕਦੇ ਹੋ। ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 905 872 5259 ਤੇ 9058725259 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਇਸ ਤੋਂ ਇਲਾਵਾ ਤੁਸੀਂ ਕੋਈ ਡਾਇਰੈਕਟ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਆਪਣਾ ਤੁਹਾਡਾ ਬਿਜ਼ਨਸ ਹੈ ਉਹਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ 647152811016 ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈਗੀ ਆ। ਸੋ ਆਓ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਗੱਲਬਾਤ ਜਿਹੜੀ ਉਹ ਕਰਦੇ ਹੈਗੇ ਆ। ਮੈਂ ਪਹਿਲੇ ਹਿੱਸੇ ਦੇ ਵਿੱਚ ਸਾਰੀ ਗੱਲਬਾਤ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਕਿਵੇਂ ਅਸੀਂ ਮਾਨਸਿਕ ਤੌਰ ਦੇ ਉੱਤੇ ਰੋਗੀ ਹੋ ਰਹੇ ਹਾਂ, ਦਿਨ ਬ ਦਿਨ ਹੋ ਰਹੇ ਹੈਗੇ ਆ ਤੇ ਸਾਨੂੰ ਪਤਾ ਵੀ ਨਹੀਂ ਜਿਹੜਾ ਹੈ ਉਹ ਚੱਲ ਰਿਹਾ ਹੈਗਾ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕੁਛ ਕੁ ਪ੍ਰਮੁੱਖ ਡੇਰੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਕਰਦੇ ਹਾਂ। ਤੇ ਇੱਕ ਅੱਜ ਕੱਲ੍ਹ ਜਿਹੜਾ ਬਾਬਾ, ਮੈਂ ਇਹਦੇ 'ਤੇ ਖਾਸ ਗੱਲ ਕਰਨੀ ਚਾਹਾਂਗਾ ਕਿਉਂਕਿ ਮੈਨੂੰ ਇੱਕ ਮੈਸੇਜ ਵੀ ਆਇਆ ਸੀ ਪਿੱਛੇ ਜੇ ਕਿ ਤੁਸੀਂ ਸ਼ਾਇਦ ਇਹਨਾਂ ਦੀ ਗੱਲਬਾਤ ਨਹੀਂ ਕਰਦੇ ਹੈਗੇ। ਤੇ ਕਹਿੰਦੇ ਜੀ ਇਹ ਜਿਹੜੀ ਹੈ ਇਹ ਬੜੀ ਇਸ ਟਾਈਮ ਦੇ ਉੱਤੇ ਵੱਡੀ ਪਾਵਰ ਰੱਖਣ ਲੱਗ ਪਿਆ ਬੰਦਾ ਇਹ। ਸੋ ਮੈਂ ਗੱਲ ਕਰਦਾ ਜੀ ਇੱਕ ਜਿਹੜਾ ਮੁੰਡੂ ਜਿਹਾ ਹੀ ਆ ਕਹਿਣ ਨੂੰ ਤਾਂ ਇਹ ਜਿਹਨੂੰ ਬਾਬਾ ਤੇ ਮੈਂ ਇਹਨੂੰ ਕਹਿਣਾ ਨਹੀਂ, ਨਾ ਇਹਨੂੰ ਕੋਈ ਭਾਈ ਵਾਲਾ ਕੰਮ ਹੈ ਇਹਦੇ ਵਿੱਚ। ਜਿਹੜਾ ਕਹਿੰਦਾ ਮੈਂ ਪਹਿਲਾਂ ਬਾਬਾ ਸੀ, ਫਿਰ ਮੈਂ ਕਹਿੰਦਾ ਆਪਣੇ ਆਪ ਨੂੰ ਜਿਹੜਾ ਹੈ ਪਹਿਲਾਂ ਮੈਂ ਪ੍ਰਮੋਸ਼ਨ ਨਹੀਂ, ਹੁਣ ਮੈਂ ਡਿਮੋਸ਼ਨ ਲੈ ਲਈ ਆ, ਹੁਣ ਮੈਂ ਭਾਈ ਬਣ ਗਿਆ। ਪਹਿਲਾਂ ਬਾਬਾ ਬਣ ਕੇ ਲੁੱਟਦਾ ਰਿਹਾ, ਹੁਣ ਭਰਾ ਬਣ ਕੇ ਲੁੱਟੂਗਾ, ਲੁੱਟਦਾ ਚੱਲਿਆ ਆ ਰਿਹਾ ਹੈਗਾ। ਗੱਲ ਕਰ ਰਿਹਾ ਜੀ ਮੈਂ ਆ ਢੱਡਰੀਆਂ ਵਾਲੇ ਦੀ। ਸੋ ਇਹਦੇ 'ਤੇ ਗੱਲਬਾਤ ਕਰਨ ਦਾ ਸਬੱਬ ਵੈਸੇ ਮੈਂ ਪ੍ਰੋਗਰਾਮ ਪਹਿਲਾਂ ਵੀ ਸੋਚਿਆ ਸੀ, ਪਰ ਸਬੱਬ ਮੇਰਾ ਬਣ ਗਿਆ। ਉਹ ਅੱਜ ਇਸ ਕਰਕੇ ਬਣ ਗਿਆ ਕਿ ਅਨਵਾਂਟਡ ਵੀਡੀਓਜ਼ ਕਈ ਵਾਰੀ ਸਾਡੇ ਕੋਲ ਨਜ਼ਰ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ। ਕੋਈ ਇਹਨਾਂ ਦੇ ਭੇਡਾਂ, ਕੋਈ ਇਹਨਾਂ ਦੇ ਭਗਤ, ਕੋਈ ਇਹਨਾਂ ਦੇ ਚੇਲੇ ਜਿਹੜੇ ਨੇ ਉਹ ਵੀ ਕਈ ਵਾਰੀ ਸਾਨੂੰ WhatsApp ਦੇ ਉੱਤੇ ਅਣਚਾਹੇ ਜਿਹੜੀਆਂ ਅਸੀਂ ਵਾਚ ਨਹੀਂ ਕਰਨਾ ਚਾਹੁੰਦੇ, ਜਿਹੜਾ ਦੇਖਣਾ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਉਹ ਵੀ ਵੀਡੀਓ ਆ ਜਾਂਦੀਆਂ ਨੇ। ਉਹ ਕਰਦਿਆਂ ਕਰਾਉਂਦਿਆਂ ਜਦੋਂ ਕਦੀ ਸਕਰੋਲ ਵੀ ਕਰੋ ਤੁਸੀਂ ਉੱਪਰ ਥੱਲੇ ਨੂੰ ਵੀ ਕਰੋ ਤਾਂ ਵੀ ਕਈ ਵਾਰੀ ਤੁਹਾਡੇ ਕੰਨੀ ਕੋਈ ਜਿਹੜੀਆਂ ਨੇ ਉਹ ਲਫ਼ਜ਼ ਪੈ ਜਾਂਦੇ ਨੇ। ਸੋ ਮੈਂ ਜਦੋਂ ਇੱਕ ਵੀਡੀਓ ਸੁਣਦਾ ਪਿਆ ਸੀਗਾ ਤੇ ਉਹ ਵੀਡੀਓ ਦੇ ਵਿੱਚ ਇਹ ਆ ਗਿਆ ਜਿਹੜਾ ਅਪਗ੍ਰੇਡ ਬਾਬਾ ਜੀ ਅੱਜ ਕੱਲ੍ਹ ਬੜੀਆਂ ਪਿੰਕ ਕਲਰ ਦੀਆਂ ਚੁੰਨੀਆਂ ਲੈ, ਪਹਿਲਾਂ ਦਮਾਲਾ ਸਜਾਉਂਦਾ ਸੀ ਇਹ ਬਾਬਾ ਕਦੀ, ਤੇ ਫਿਰ ਦਮਾਲੇ ਤੋਂ ਪੱਗ ਦੂਸਰੀ ਸਾਈਡ ਦੇ ਉੱਤੇ ਆ ਗਿਆ। ਤੇ ਫਿਰ ਕਿਉਂਕਿ ਮੇਰਾ ਤਕਰੀਬਨ ਪਟਿਆਲੇ ਸ਼ਹਿਰ 'ਚ ਵਸਨੀਕ ਹੋਣ ਦੇ ਨਾਤੇ ਮੈਂ ਕੋਈ ਮਹੀਨੇ 'ਚ 8-10 ਵਾਰੀ ਕੰਮਕਾਰ ਦੇ ਸਿਲਸਿਲੇ 'ਚ ਸੰਗਰੂਰ ਵਾਲੀ ਸਾਈਡ ਦੇ ਉੱਤੋਂ ਨਿਕਲੀਦਾ ਸੀਗਾ ਜਦੋਂ ਇਹ ਛੋਟਾ ਜਿਹਾ ਬਿਲਕੁਲ ਡੇਰਾ ਹੁੰਦਾ ਸੀਗਾ। ਤੇ ਬਾਅਦ ਵਿੱਚ ਵੇਖਦਿਆਂ ਵੱਡਾ ਇੱਕ ਡੇਰੇ ਦੇ ਰੂਪ ਦੇ ਵਿੱਚ ਇੱਕ ਵੱਡਾ ਹੋ ਗਿਆ, ਬਣ ਗਿਆ, ਜਿਹੜਾ ਹੈ ਬਹੁਤ ਵੱਡਾ ਡੇਰਾ ਬਣ ਗਿਆ। ਤੇ ਅੱਜ ਤੇ ਬਾਬਾ ਜਿਹੜਾ ਹੈ ਉਹ ਪਤਾ ਨਹੀਂ ਕਿਹੜੀਆਂ ਸਰਕਾਰੀ ਸਿਕਿਉਰਟੀਆਂ ਜਿਹੜੀਆਂ ਉਹ ਲਈ ਬੈਠਾ ਹੈਗਾ। ਤੇ ਬਾਬੇ ਦੀਆਂ ਡਰੈਸਸ ਦੇਖ ਲਓ,
ਬਾਬੇ ਦਾ ਰਹਿਣ ਸਹਿਣ ਦੇਖ ਲਿਓ, ਬਾਬੇ ਦੀ ਲਗਜ਼ਰੀ ਲਾਈਫ ਦੇਖ ਲਓ। ਤੇ ਉਹ ਕਹਿੰਦਾ ਜੀ ਮੈਂ ਤੁਹਾਡਾ ਭਰਾ ਵਾਂ, ਮੈਂ ਭਾਈ ਬਣ ਗਿਆ ਹੁਣ। ਕਹਿੰਦਾ ਮੈਂ ਸਿੱਖੀ ਦਾ ਪ੍ਰਚਾਰ ਮੈਂ ਬਹੁਤ ਜ਼ਿਆਦਾ ਕਹਿੰਦਾ ਕਰਦਾ ਪਿਆ। ਸੋ ਵੀਡੀਓ ਜਿਹੜੀ ਮੈਂ ਸੁਣਦਾ ਪਿਆ ਸੀਗਾ, ਉਹਨੇ ਨਾ ਕਿਸੇ ਪ੍ਰਚਾਰਕ ਦਾ ਨਾਂ ਲਿਆ ਹੋਣਾ। ਹੁਣ ਮੈਂ ਕਈ ਵਾਰੀ ਪ੍ਰਚਾਰਕ ਵੀ ਗੁੱਸਾ ਕਰ ਜਾਂਦੇ ਆ। ਤੇ ਮੈਂ ਪਿੱਛੇ ਜੇ ਵੀ ਇੱਕ ਵਾਰੀ ਸਾਲ ਕੁ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ, ਉਹਦੇ ਵਿੱਚ ਮੈਂ ਕਿਹਾ ਸੀਗਾ ਕਿ ਇਹਨਾਂ ਨੂੰ ਨਾ ਕੁਛ ਡਿਸਾਈਡ ਕਰਨਾ ਚਾਹੀਦਾ ਕਿ ਤੁਸੀਂ ਹੈ ਕੀ ਹੋ। ਕੁਛ ਪ੍ਰਚਾਰਕ ਨੇ ਤੇ ਉਹ ਪ੍ਰਚਾਰਕ ਹੀ ਹਿਸਟੋਰੀਅਨ ਬਣ ਜਾਂਦੇ ਨੇ, ਪ੍ਰਚਾਰਕ ਹੀ ਐਕਟਿਵਿਸਟ ਬਣ ਜਾਂਦੇ ਨੇ। ਤੇ ਉਹ ਆਪਣੀ ਜਿਹੜਾ ਖੇਤਰ ਆ, ਜਿਹੜੇ ਉਹ ਖੇਤਰ ਤੋਂ ਕਿਤੇ ਬਾਹਰ ਚਲੇ ਜਾਂਦੇ ਨੇ। ਉਹ ਹਿਸਟੋਰੀਅਨ ਬਣ ਕੇ ਕਦੀ ਹਿਸਟਰੀ ਦੀਆਂ ਗੱਲਾਂ ਵੀ ਕਰਨ ਲੱਗ ਪੈਂਦੇ ਨੇ, ਕਦੀ ਉਹ ਜਿਹੜੇ ਨੇ ਉਹ ਬਣ ਜਾਂਦੇ ਨੇ ਬਿਲਕੁਲ ਹੀ ਐਕਟਿਵਿਸਟ ਕਿ ਅਸੀਂ ਜਿਹੜੀ ਆ ਉਹ ਸਿੱਖ ਕੌਮ ਨੂੰ ਸਾਰੀ ਸੇਧ ਅਸੀਂ ਜਿਹੜੀ ਆ ਉਹ ਦੇਣੀ ਹੈਗੀ ਆ। ਤੇ ਪ੍ਰਚਾਰਕ ਤੇ ਹੈ ਹੀ ਹੈ ਨੇ। ਸੋ ਕੋਈ ਲਿਮਿਟੇਸ਼ਨ ਨਹੀਂ ਹੈ ਕਿਸੇ ਦੀ, ਕੋਈ ਬਾਉਂਡੇਸ਼ਨ ਨਹੀਂ ਹੈ, ਕੋਈ ਬਾਉਂਡਰੀ ਨਹੀਂ ਹੈ ਕਿ ਅਸੀਂ ਕਰਨਾ ਕੀ ਆ। ਹੁਣ ਪ੍ਰਚਾਰਕ ਦਾ ਮਤਲਬ ਕੀ ਹੈ, ਸਿੱਖ ਪ੍ਰਚਾਰਕ ਦਾ ਮਤਲਬ ਕੀ ਆ। ਜਿਹੜਾ ਸਿੱਖ ਪ੍ਰਚਾਰਕ ਹੈਗਾ ਉਹ ਠੀਕ ਹੈ, ਸਿੱਖ ਹਿਸਟਰੀ ਨੂੰ ਉਹ ਨਾਲ ਲੈ ਸਕਦਾ। ਸਿੱਖ ਹਿਸਟਰੀ ਦੇ ਨਾਲ ਨਾਲ ਉਹਦਾ ਕੰਮ ਜਿਹੜਾ ਉਹ ਹੈ, ਜੇ ਉਹ ਸਹੀ ਪ੍ਰਚਾਰਕ ਆ ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਥਾ ਹੈਗੀ ਆ ਉਹਨੂੰ ਜਿਹੜੀ ਕਰੇ ਕੋਈ, ਚਾਹੇ ਉਹ ਥੋੜੀ ਕਰੇ, ਲੇਕਿਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਤੋਂ ਇੱਧਰ ਉੱਧਰ ਨਾ ਜਾਵੇ। ਨਾ ਤੇ ਉਹ ਕਹਾਣੀਆਂ ਪਾਵੇ ਤੇ ਨਾ ਹੀ ਉਹ ਇੱਧਰ ਉੱਧਰ ਦੇ ਡਰਾਮੇ ਕਰੇ ਤੇ ਨਾ ਹੀ ਉਹ ਇੱਧਰ ਉੱਧਰ ਦੀਆਂ ਗੱਲਾਂ ਕਰੇ ਜਿਹੜੀਆਂ ਆਮ ਜੀਆਂ ਗੱਲਾਂ ਨੇ, ਆਮ ਘਰਾਂ ਦੀਆਂ ਗੱਲਾਂ ਨੇ। ਕਿਉਂਕਿ ਆਮ ਘਰਾਂ ਦੀਆਂ ਗੱਲਾਂ ਤੇ ਲੋਕ ਜਿਹੜੇ ਨੇ ਉਹ ਆਮ ਤੌਰ ਦੇ ਉੱਤੇ ਸੁਣ ਲੈਂਦੇ ਨੇ। ਤੇ ਜਿਹੜੀ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਕਹਾਣੀਆਂ ਜਿਹੜੀਆਂ ਉਹ ਸੁਣਾਉਂਦੇ ਨੇ, ਉਹ ਵੀ ਬਥੇਰੀਆਂ ਅੱਜ ਕੱਲ੍ਹ ਮੌਜੂਦ ਨੇ। ਸੋ ਪ੍ਰਚਾਰ ਕਿੱਥੇ ਆ? ਮੇਰਾ ਕਹਿਣ ਦਾ ਮਤਲਬ ਹੈ ਪ੍ਰਚਾਰ ਕਿੱਥੇ ਆ? ਪ੍ਰਚਾਰ ਕਾਹਦਾ ਕਰਦੇ ਪਏ ਹੋ? ਜਦੋਂ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਨਾ ਤਾਂ ਫਿਰ ਉੱਥੋਂ ਜਿਹੜੇ ਤੁਸੀਂ ਪੰਨੇ ਨੇ, ਇੱਕ ਪੰਨੇ ਤੋਂ ਸ਼ੁਰੂ ਜਿੱਥੋਂ ਤੁਸੀਂ ਕੀਤਾ, ਜੇ ਤੁਸੀਂ ਜਪਜੀ ਸਾਹਿਬ ਦੀ ਕਰਨੀ ਆ ਕਥਾ, ਜਾਂ ਜਾਪ ਸਾਹਿਬ ਦੀ ਕਰਨੀ ਆ, ਰਹਿਰਾਸ ਸਾਹਿਬ ਦੀ ਕਰਨੀ ਆ, ਤੁਸੀਂ ਜਾਪ ਸਾਹਿਬ ਦੀ ਕਥਾ ਕਰਨੀ ਆ, ਸੁਖਮਨੀ ਸਾਹਿਬ ਦੀ ਕਰਨੀ ਹੈਗੀ ਆ, ਸ਼ਲੋਕਾਂ ਦੀ ਕਰਨੀ ਹੈਗੀ ਆ, ਜਿਹਦੀ ਵੀ ਕਥਾ ਕਰਨੀ ਹੈਗੀ ਆ, ਜਿਸ ਪਾਠ ਦੀ ਤੁਸੀਂ ਕਥਾ ਕਰਨੀ ਆ, ਤੁਹਾਡਾ ਧਿਆਨ ਸਿਰਫ ਰਹਿਣਾ ਚਾਹੀਦਾ ਉਸ ਕਥਾ ਵੱਲ। ਸੋ ਮੈਂ ਬਾਬੇ ਦੀ ਗੱਲ ਕਰਦਾ, ਮੈਂ ਇਸ ਕਰਕੇ ਮੈਂ ਇਹ ਪਤਾ ਨਹੀਂ ਹੁਣ ਜੇ ਕੋਈ ਭੇਡ ਉਹਨਾਂ ਦੀ ਹੈਗੀ ਆ ਜਾਂ ਕੋਈ ਉਹਦੀ ਭੇਡ ਇੱਥੇ ਤੁਰੀ ਫਿਰਦੀ ਆ, ਜਾਂ ਉਹਨਾਂ ਦਾ ਕੋਈ ਜਿਹੜਾ ਹੈ ਕੋਈ ਚੇਲਾ ਚਪਟਾ ਹੈਗਾ, ਇਹ ਜੇ ਕਿਤੇ ਪਹੁੰਚਾ ਸਕਦੇ ਹੋ ਇੰਨੀ ਕੁ ਕਲਿੱਪ ਤਾਂ ਜ਼ਰੂਰ ਪਹੁੰਚਾਇਓ। ਉਹ ਅੱਜ ਕਹਿ ਰਿਹਾ ਸੀਗਾ, ਕਹਿੰਦਾ ਵੀ ਕਿਸੇ ਨਾ ਪ੍ਰਚਾਰਕ ਨੇ ਮੈਨੂੰ ਚੈਲੰਜ ਕੀਤਾ ਵੀ ਦੇਖੋ ਜੀ ਉਹ ਤਾਂ ਇਹਦੇ ਤਾਂ ਇਕੱਠ ਦੇ ਵਿੱਚ ਹੁਣ ਇਕੱਠ ਨਹੀਂ ਹੁੰਦਾ ਤੇ ਇਹਨੂੰ ਤੇ ਕੋਈ ਸੁਣਦੇ ਨਹੀਂ, ਮੈਨੂੰ ਜ਼ਿਆਦਾ ਸੁਣਦੇ ਨੇ। ਤੇ ਕਹਿੰਦਾ ਮੈਂ ਚੈਲੰਜ ਕਰਦਾ, ਅੰਮ੍ਰਿਤਸਰ ਦੇ ਵਿੱਚ ਕਥਾ ਰੱਖ ਲੈਂਦੇ ਆ, ਸਮਾਗਮ ਰੱਖ ਲੈਂਦੇ ਆ ਤੇ ਫਿਰ ਵੇਖਦੇ ਆ ਇਕੱਠ ਕਿਹਦੇ 'ਚ ਜ਼ਿਆਦਾ ਹੁੰਦਾ ਹੈਗਾ। ਸੋ ਪਹਿਲਾ ਮੇਰਾ ਜਿਹੜਾ ਦਿਮਾਗ ਠਣਕਿਆ ਉੱਥੇ, ਜਿਹੜਾ ਮੇਰਾ ਮੱਥਾ ਠਣਕਿਆ, ਉਹ ਇਹ ਠਣਕਿਆ ਕਿ ਪਹਿਲਾਂ ਮੈਂ ਇਹ ਦੇਖਾਂ ਇਹ ਭਾਈ ਹੈ, ਬਾਬਾ ਹੈ, ਸੰਤ ਹੈ ਕਿ ਜਾਂ ਇੱਕ ਉਹ ਗਾਇਕ ਹੈਗਾ, ਜਿਹੜੇ ਇੱਕ ਦੂਜੇ ਨੂੰ ਜਿਹੜੇ ਲਲਕਾਰਦੇ ਨੇ ਕਿ ਮੇਰੇ 'ਚ ਇਕੱਠ ਜ਼ਿਆਦਾ ਹੋਊ ਜਾਂ ਤੇਰੇ 'ਚ ਇਕੱਠ ਜ਼ਿਆਦਾ ਹੋਊ। ਦੂਜੀ ਗੱਲ ਉਹਨੇ ਕੀਤੀ ਕਿ ਜਿਹੜਾ ਧਿਆਨ ਹੈ ਨਾ ਉਹ ਬੰਦੇ ਦਾ, ਉਹ ਕਿੱਥੇ ਹੋਣਾ ਚਾਹੀਦਾ, ਜਿਹੜਾ ਹੈ ਉਹ ਧਿਆਨ ਨਹੀਂ ਹੈ। ਮੈਨੂੰ ਇੱਕ ਮਾਈ ਨੇ ਪੁੱਛਿਆ ਕਿ ਮੇਰਾ ਧਿਆਨ ਨਹੀਂ ਲੱਗਦਾ, ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਬੀਬੀ ਤੇਰਾ ਜਿਹੜਾ ਕੰਮ ਆ ਉਹ ਧਿਆਨ ਕਿੱਥੇ ਹੋਣਾ ਚਾਹੀਦਾ? ਕਹਿੰਦਾ ਤੈਨੂੰ ਤੇਰੇ ਨਾ ਧਿਆਨ ਜਿਹੜਾ ਉਹ ਤੇਰੇ ਘਰ ਦੇ ਕੰਮ 'ਚ ਹੋਣਾ ਚਾਹੀਦਾ। ਫਿਰ ਉਹਨੇ ਐਗਜ਼ਾਮਪਲ ਦਿੱਤੀ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਧਿਆਨ ਆ ਉਹ ਕਿੱਥੇ ਹੋਣਾ ਚਾਹੀਦਾ, ਨੌਕਰੀ ਵਾਲੇ ਦਾ ਧਿਆਨ ਕਿੱਥੇ ਹੋਣਾ ਚਾਹੀਦਾ, ਬਾਕੀਆਂ ਦਾ ਧਿਆਨ ਕਿੱਥੇ ਹੋਣਾ ਚਾਹੀਦਾ, ਸਾਰਿਆਂ ਦਾ ਧਿਆਨ ਜਿਹੜਾ ਹੈ ਉਹ ਹੋਣਾ ਦੀ ਗੱਲਬਾਤ ਜਿਹੜੀ ਉਹ ਕਰ ਦਿੱਤੀ। ਤੇ ਬਾਬੇ ਨੂੰ ਇਹ ਪੁੱਛਣਾ ਚਾਹਾਂਗਾ ਕਿ ਬਾਬਾ ਜਿਹੜਾ ਉਹ ਭਾਈ ਢੱਡਣੀਆਂ ਵਾਲਿਆ, ਤੂੰ ਇੱਕ ਗੱਲ ਦੱਸ, ਤੇਰਾ ਧਿਆਨ ਕਿੱਥੇ ਹੋਣਾ ਚਾਹੀਦਾ? ਤੇਰਾ ਧਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਹੋਣਾ ਚਾਹੀਦਾ ਕਿ ਤੇਰਾ ਧਿਆਨ ਲੋਕਾਂ ਦੀਆਂ ਗੱਲਾਂ ਦੇ ਵਿੱਚ ਹੋਣਾ ਚਾਹੀਦਾ?
ਤੇਰਾ ਧਿਆਨ, ਅਗਰ ਤੂੰ ਸਿੱਖੀ ਦਾ ਪ੍ਰਚਾਰ ਕਰਦਾ, ਤੇਰਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਹੋਣਾ ਚਾਹੀਦਾ ਕਿ ਲੋਕਾਂ ਨੂੰ ਕਹਾਣੀਆਂ ਪਾ ਕੇ ਵੀ ਤੁਸੀਂ ਫਲਾਣੇ ਜਗ੍ਹਾ ਦੇ ਉੱਤੇ ਛੁੱਟੀਆਂ ਕੱਟਣ ਚਲੇ ਜਾ ਕਰੋ, ਫਲਾਣਾ ਕੰਮਕਾਰ ਕਰ ਲਿਆ ਕਰੋ, ਫਲਾਣੀ ਚੀਜ਼ ਉਹ ਕਰ ਲਿਆ ਕਰੋ। ਇਹ ਲੇਕਿਨ ਉਹ ਕਹਿੰਦਾ ਕਿ ਬਾਕੀ ਧਿਆਨ ਤੁਸੀਂ ਆਪਣੇ ਵੱਲ ਉਹ ਜਿਹੜਾ ਕਰਨਾ ਕਰੋ, ਕੰਮਕਾਜ ਕਰੋ, ਤੇ ਜਿਹੜਾ ਚੜਾਵਾ ਨਾ ਉਹ ਮੇਰੇ ਇੱਥੇ ਜਾ ਕੇ ਜਿਹੜਾ ਹੈ ਉਹ ਪਰਮੇਸ਼ਰ ਦਵਾਰ ਦੇ ਜਿਹੜਾ ਉਹ ਚੜਾ ਜਾ ਕਰੋ ਆ ਕੇ। ਉੱਥੇ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਪਰਮੇਸ਼ਰ ਦਵਾਰ ਦੀ, ਤਾਂ ਕਿ ਮੈਂ ਬੜਾ ਵੱਡਾ ਅੰਪਾਇਰ ਜਿਹੜਾ ਹੈ ਹੋਰ ਇਕੱਠਾ ਕਰ ਲਾਂ, ਸਰਕਾਰੀ ਸੰਤ ਬਣ ਕੇ ਤੇ ਸਰਕਾਰੀ ਬੰਦਾ ਬਣ ਕੇ। ਸੋ ਇੱਕ ਜਿਹੜੀ ਮੈਂ ਤਾਂ ਕਰਕੇ ਕਿ ਮੈਂ ਇੰਨੀ ਕੁ ਕਲਿੱਪ ਚੋਂ ਹੀ ਜਿਹੜੀ ਆ ਉਹਦੀ ਗੱਲਬਾਤ ਸੁਣੀ ਤੇ ਮੈਨੂੰ ਹੈਰਾਨਗੀ ਹੋਈ ਕਿ ਕਿਹੋ ਜਿਹੇ ਲੋਕ ਇਹਨੂੰ ਸੁਣਦੇ ਨੇ ਤੇ ਕਿਹੜੇ ਫਾਲੋਅਰਸ ਨੇ ਇਹਨਾਂ ਲੋਕਾਂ ਦੇ, ਤੇ ਕਿਹੜਾ ਗਿਆਨ ਤੁਸੀਂ ਉੱਥੋਂ ਪ੍ਰਾਪਤ ਕਰਕੇ ਆਉਂਦੇ ਹੋ। ਦੱਸਿਓ ਤਾਂ ਕਿਤੇ, ਕਮੈਂਟ ਕਰਕੇ ਦੱਸਿਓ ਤਾਂ ਕਿਤੇ ਆਪਣੇ ਸ਼ੀਸ਼ੇ ਦੇ ਅੱਗੇ ਬੈਠ ਕੇ ਕਿ ਕਿਹੜਾ ਗਿਆਨ ਪ੍ਰਾਪਤ ਉਸ ਬਾਬੇ ਤੋਂ ਤੁਸੀਂ ਕਰਕੇ ਜਿਹੜਾ ਉਹ ਆ ਜਾਂਦੇ ਹੈਗੇ ਹੋ। ਜਿਹੜੇ ਆਪੋਜਿਟ ਬੈਠੇ ਨੇ ਉਹ ਤਾਂ ਛੱਡ ਦਿਓ, ਉਹ ਤਾਂ ਹੈਗੇ ਹੀ ਨੇ, ਜਾਂ ਉਹ ਜਿੰਨੇ ਵੀ ਡੇਰੇ ਨੇ ਉਹਦੇ ਵਿੱਚ ਜਾਂ ਭਨਿਆਰੇ ਵਾਲੇ ਦਾ ਡੇਰਾ ਲਾ ਲਿਆ, ਜਾਂ ਆ ਜਿਹੜੇ ਰਾਧਾ ਸਵਾਮੀ ਬੈਠੇ ਨੇ, ਜਾਂ ਉਹ ਸੌਦਾ ਸਾਧ ਬੈਠੇ ਨੇ, ਜਾਂ ਬਾਕੀ ਜਿਹੜੇ ਆਪਣਾ ਹੋਰ ਡੇਰੇ ਨੇ ਉੱਥੇ ਬੈਠੇ ਹੋਏ, ਉਹ ਤਾਂ ਬੈਠੇ ਹੀ ਨੇ। ਆਸ਼ੂਤੋਸ਼ ਦਾ ਡੇਰਾ ਲਾ ਲਓ, ਕਿੰਨਿਆਂ ਦੇ ਹੁਣ ਨਾ ਕਿੰਨੇ, ਮੈਂ ਤਾਂ ਪਹਿਲਾਂ ਹੀ ਕਿਹਾ ਕਿ ਬਾਬਿਆਂ ਦੀ ਕੋਈ ਕਮੀ ਨਹੀਂ ਹੈਗੀ ਪੰਜਾਬ ਦੇ ਵਿੱਚ। ਸੋ ਉਹ ਤਾਂ ਹੈਗੇ ਨੇ, ਪਰ ਜਿਹੜੀ ਆਹ ਸਿਉਂਕ ਲੱਗੀ ਆ ਸਿੱਖ ਧਰਮ ਨੂੰ, ਜਿਹੜੇ ਮਤਲਬ ਕਿ ਇਹਨਾਂ ਦਾ ਜੀਵਨ ਦੇਖੋ, ਪਹਿਲਾਂ ਤਾਂ ਦਮਾਲਾ ਬੰਨ੍ਹਦਾ ਸੀ, ਦਮਾਲੇ ਤੋਂ ਬਾਅਦ ਉਦੋਂ ਮੱਥੇ ਵੀ ਟਿਕਾਏ ਜਾਂਦੇ ਸੀ, ਬੀਬੀਆਂ ਬਜ਼ੁਰਗ 70 ਸਾਲ ਦੀਆਂ ਇਹ ਮੁੰਡੂ ਜਿਹਨੂੰ 18-20 ਸਾਲ ਦੇ ਨੂੰ ਜਾ ਕੇ ਇਹਦੇ ਚਰਨਾਂ 'ਚ ਵੀ ਡਿੱਗਦੀਆਂ ਸੀ। ਫਿਰ ਇਹਨੂੰ ਕਹਿੰਦਾ ਮੈਨੂੰ ਸਮਝ ਆ ਗਈ, ਫਿਰ ਕਹਿੰਦਾ ਮੈਂ ਨਾ ਮਤਲਬ ਕਿ ਫਿਰ ਤਾਂ ਮੈਨੂੰ ਸਮਝ ਆ ਗਈ ਸਾਰੀ ਦੀ ਸਾਰੀ, ਫਿਰ ਮੈਂ ਜੀਵਨ ਜਾਂਚ ਸਿੱਖ ਲਈ। ਫਿਰ ਮੈਂ ਜੀਵਨ ਜਾਂਚ ਇਹ ਸਿੱਖੀ ਕਿ ਫਿਰ ਮੈਂ ਆਪਣਾ ਲਗਜ਼ਰੀ ਘਰ ਜਿਹੜਾ ਅੰਪਾਇਰ ਖੜਾ ਕਰ ਲਿਆ, ਲਗਜ਼ਰੀ ਗੱਡੀਆਂ, ਲਗਜ਼ਰੀ ਸਾਰਾ ਕੁਛ ਹੈ, ਤੇ ਮੈਂ ਤੁਹਾਡਾ ਹੈ ਭਰਾ ਵਾਂ, ਮੈਂ ਤੁਹਾਡਾ ਭਾਈ ਆ ਹੈਗਾ, ਮੈਂ ਤੁਹਾਡਾ ਭਰਾ ਵਾਂ, ਕਹਿੰਦਾ ਮੈਂ ਭਰਾ ਵਾਂ ਕਹਿੰਦਾ। ਸੋ ਤੁਸੀਂ ਇਹ ਦੇਖੋ ਕਿ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ, ਉੱਥੋਂ ਗਿਆਨ ਕਿਹੜਾ ਲੈ ਕੇ ਆਉਂਦੇ ਹੈਗੇ ਹੋ, ਜਿਹੜਾ ਗਿਆਨ ਹੁਣ ਤੱਕ ਕੁਛ ਹੋਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਮਿਲਿਆ, ਉਹ ਕਿਹੜਾ ਗਿਆਨ ਜਿਹੜਾ ਤੁਸੀਂ ਉੱਥੋਂ ਲੈ ਕੇ ਆਉਂਦੇ, ਜਿਹੜਾ ਅਪਗ੍ਰੇਡ ਗਿਆਨ ਹੈਗਾ। ਫਿਰ ਇਹ ਕਿਹਨੂੰ ਫਾਲੋ ਕਰਦਾ, ਚੇਨ ਬਣਾਓ, ਤੁਹਾਨੂੰ ਸਮਝ ਆ ਜਾਏਗੀ ਸਾਰੀ ਦੀ ਸਾਰੀ। ਇਹ ਕਹਿੰਦਾ, ਇੱਕ ਵਾਰੀ ਮੈਂ ਇੱਕ ਇੰਟਰਵਿਊ ਸੁਣਦਾ ਪਿਆ ਸੀਗਾ, ਜਿਹੜੇ ਕਾਮਰੇਡ ਜੇ ਚੈਨਲ ਚਲਾਉਂਦੇ ਨੇ ਨਾ, ਜਾਂ ਕਾਮਰੇਡ ਜੇ ਇੰਟਰਵਿਊ ਕਰਨ ਜਾਂਦੇ ਨੇ, ਉਹਨਾਂ ਦਾ ਵੀ ਜਿਹੜਾ ਹੈਗਾ ਨਾ ਟਾਰਗੇਟ ਇਹ ਹੁੰਦਾ ਹੈਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੰਡਿਆ ਕਿਵੇਂ ਜਾਵੇ। ਉਹ ਫਿਰ ਉਹਨੂੰ ਪੁੱਛਦਾ ਹੈਗਾ ਕਿ ਤੂੰ ਕਿਹਨੂੰ ਕਦੀ ਤੇਰੇ ਤੇ ਇਲਜ਼ਾਮ ਲੱਗਦਾ ਕਿ ਤੂੰ ਇੱਕ ਨਿਊਜ਼ੀਲੈਂਡ ਦੇ ਵਿੱਚ ਬੈਠਾ ਜਿਹਦੀ ਪਿੱਛੇ ਜੇ ਚੰਗੀ ਸਰਵਿਸ ਹੋਈ ਆ, ਤੇ ਕਹਿੰਦਾ ਵੀ ਤੂੰ ਉਹਦੀਆਂ ਜਿਹੜੀਆਂ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਹੁੰਦੀਆਂ ਉਹਨਾਂ ਨੂੰ ਲਾਈਕ ਕਰਦਾ, ਕਹਿੰਦਾ ਮੈਂ ਫਾਲੋ ਕਰਦਾ ਉਹਨੂੰ। ਹੁਣ ਮੈਨੂੰ ਇਹ ਦੱਸੋ ਕਿ ਜਿਹੜੇ ਇਹਦੇ ਫਾਲੋਅਰਸ ਨੇ ਉਹਨਾਂ ਦੇ ਅੱਗੇ ਇੱਕ ਬਹੁਤ ਵੱਡਾ ਇਹ ਸਵਾਲ ਹੈਗਾ ਕਿ ਇੱਕ ਗੱਲ ਦੱਸਿਓ ਕਿ ਇੱਕ ਇਸ ਬੰਦੇ ਨੂੰ ਫਾਲੋ ਕਰਦਾ, ਉਸ ਕੈਟ ਨੂੰ ਫਾਲੋ ਕਰਦਾ ਜਿਹਨੇ ਸਿੱਖ ਧਰਮ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਦਾ ਰੱਜ ਕੇ ਪੰਜਾਬ 'ਚ ਰਹਿੰਦਿਆਂ ਘਾਣ ਕਰਾਇਆ, ਤੇ ਬਾਅਦ ਵਿੱਚ ਗੁਰਬਾਣੀ ਨੂੰ ਵਿਗਾੜ ਰਿਹਾ ਉੱਥੇ ਨਿਊਜ਼ੀਲੈਂਡ ਦੇ ਵਿੱਚ। ਸਿੱਖੀ ਨੂੰ ਹੀ ਅੱਗੇ ਰੱਖ ਕੇ, ਸਿੱਖੀ ਦਾ ਬਾਣਾ ਪਾ ਕੇ, ਸਿੱਖਾਂ ਵਰਗਾ ਦੇਖ ਕੇ, ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਕਰਕੇ, ਤੇ ਗੁਰਬਾਣੀ ਤੋਂ ਇਲਾਵਾ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਹੀ ਕਿੰਤੂ ਪਰੰਤੂ ਕਰਕੇ, ਤੇ ਆਪਣੀ ਦੁਕਾਨਦਾਰੀ ਚਲਾ ਰਿਹਾ, ਤੇ ਏਜੰਸੀਆਂ ਜਿਹੜੀਆਂ ਨੇ ਉਹਨੂੰ ਪੈਸੇ ਦੇ ਰਹੀਆਂ ਨੇ। ਤੇ ਇਹ ਜਿਹੜਾ ਭਾਈ ਆ, ਇਹ ਜਿਹੜਾ ਬਾਬਾ, ਇਹ ਜਿਹੜਾ ਸੰਤ ਆ, ਇਹ ਉਸ ਨੂੰ ਫਾਲੋ ਕਰਦਾ, ਇਹ ਉਹਦਾ ਫਾਲੋਵਰ ਆ। ਹੁਣ ਤੁਸੀਂ ਇਹ ਦੇਖੋ ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ। ਸੋ ਤੁਸੀਂ ਇਹ ਅੰਦਾਜ਼ਾ ਤੇ ਲਗਾਓ ਕਿ ਤੁਹਾਨੂੰ ਜਿਹੜੀ ਚੀਜ਼ ਪਰੋਸੀ ਜਾ ਰਹੀ ਆ ਗੁਰਬਾਣੀ ਦੇ ਨਾਮ ਦੇ ਉੱਤੇ, ਉਹ ਹੈ ਕੀ, ਕਿਹੜਾ ਉਹ ਗਿਆਨ ਆ, ਕਿਸ ਗਿਆਨ ਦੀ ਤੁਸੀਂ ਪ੍ਰਾਪਤੀ ਕਰ ਲੈਂਦੇ ਹੋ। ਬੜੇ ਵੱਡੇ ਮੈਂ ਬੰਦੇ ਦੇਖਿਆ, ਬਾਹਰ ਵੀ ਦੇਖਿਆ, ਗੱਡੀ ਭਜਾ 40 ਕਿਲੋਮੀਟਰ ਬਾਬਾ ਜੀ ਦੇ ਦਰਸ਼ਨ ਕਰਨ ਚੱਲੇ ਆ। ਤੇ ਮੈਂ ਉਹਨਾਂ ਲੋਕਾਂ ਦੇ ਉੱਤੇ ਵੀ ਹੈਰਾਨ ਆ ਜਿਹੜੇ ਲੋਕ ਇਹਦੇ ਕੋ ਆ ਕੇ ਤੇ ਕਹਿੰਦਾ ਜੀ ਮੈਂ
ਬਾਕੀ ਸਾਰੀਆਂ ਚੀਜ਼ਾਂ ਦਾ ਖੰਡਨ ਕਰਦਾ ਤੇ ਇਹਨੂੰ ਇਹ ਪੁੱਛੋ ਵੀ ਤੇਰੇ ਡੇਰੇ ਦੇ ਉੱਤੇ ਕੋਈ ਨਵਾਂ ਟਰੈਕਟਰ ਲੈ ਲੇ, ਕੋਈ ਕਾਰ ਲੈ ਲੇ ਤੇ ਤੂੰ ਉੱਤੇ ਚੜ ਕੇ ਬੈਠ ਕੇ ਤੇ ਉੱਤੇ ਆਸ਼ੀਰਵਾਦ ਦੇਣਾ, ਇਹ ਕੀ ਆ? ਇਹ ਪਖੰਡ ਨਹੀਂ ਆ? ਇਹ ਪਖੰਡਵਾਦ ਨਹੀਂ ਆ? ਤੇ ਜਿਹੜੇ ਲੋਕ ਇਹ ਚੀਜ਼ਾਂ ਦੇ ਵਿੱਚ ਜਾ ਕੇ ਇਹ ਕਰਦੇ ਨੇ ਤੇ ਕਰਵਾਉਂਦੇ ਨੇ, ਉਹਨਾਂ ਨੂੰ ਇਹ ਪਖੰਡ ਨਹੀਂ ਦਿਖਦਾ। ਸੋ ਸਮਝਣ ਵਾਲੀ ਗੱਲ ਹੈਗੀ ਆ ਕਿ ਅੱਜ 21ਵੀਂ ਸਦੀ ਦੇ ਵਿੱਚ ਸਾਨੂੰ ਇਹਨਾਂ ਬਾਬਿਆਂ ਦੀ ਜ਼ਰੂਰਤ ਹੈਗੀ ਆ, ਸਾਨੂੰ ਇਹਨਾਂ ਲੋਕਾਂ ਦੀ ਜ਼ਰੂਰਤ ਹੈ। ਇਹ ਕਿੱਥੇ ਸਿੱਖੀ ਦਾ ਪ੍ਰਚਾਰ ਕਰਦੇ ਪਏ ਨੇ? ਇੱਥੇ ਸਿੱਖੀ ਦਾ ਘਾਣ ਕਰਦੇ ਪਏ ਨੇ। ਇਹਨਾਂ ਦੇ ਵਿੱਚ ਕੋਈ ਸੰਤ ਜਾਂ ਸਿਪਾਹੀ ਵਰਗੀ ਇਹਨਾਂ ਦੇ ਵਿੱਚ ਕੋਈ ਔਕਾਤ ਹੈ? ਇਹਨਾਂ ਦੇ ਵਿੱਚ ਕੋਈ ਹੈ? ਇਹ ਸਭ ਕੁਝ ਇਹਨਾਂ ਦੇ ਮਤਲਬ ਕਿ ਇਹਨਾਂ ਦੀ ਇੰਨੀ ਜ਼ਰੂਰਤ ਨਹੀਂ ਹੈਗੀ, ਇੰਨਾ ਇਹਨਾਂ ਦਾ ਇਹ ਨਹੀਂ ਕਿ ਸਿੱਖੀ ਦੇ ਜਿਹੜੇ ਅਸਲੀ ਜਿਹੜਾ ਸਾਨੂੰ ਵੰਡਣਾ ਚਾਹੀਦਾ ਸਿੱਖ ਕੌਮ ਦੇ ਵਿੱਚ ਜਾਂ ਸਿੱਖ ਸਿਧਾਂਤਾਂ ਦੀ ਗੱਲ ਕਰਨੀ ਚਾਹੀਦੀ ਆ, ਇੰਨੀ ਔਕਾਤ ਨਹੀਂ ਕਿ ਇਹ ਉਹਦੀ ਵੀ ਗੱਲ ਬਾਤ ਕਰ ਸਕਣ। ਜਿਹੜਾ ਬਾਬਾ, ਜਿਹੜਾ ਸੰਤ, ਜਿਹੜਾ ਭਾਈ ਸਰਕਾਰੀ ਸਿਕਿਉਰਿਟੀ ਲੈ ਗਿਆ, ਉਹ ਬੜੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਸਮਝ ਲਿਓ ਕਿ ਉਹ ਏਜੰਸੀਆਂ ਦਾ ਬੰਦਾ ਤੇ ਸਰਕਾਰ ਨੇ ਉਹਨੂੰ ਆਪਣੀ ਜਿਹੜੀ ਆ ਪੂਰਾ ਥਾਪੜਾ ਦਿੱਤਾ ਹੋਇਆ ਵੀ ਤੂੰ ਜਿੰਨਾ ਕੁਛ ਨੁਕਸਾਨ ਕਰ ਸਕਦਾ ਉਹ ਕਰ। ਬੜੀ ਸਾਹਮਣੇ ਵਿਜ਼ੀਬਲ ਆ, ਸਾਰੀ ਚੀਜ਼ ਦਿਖਾਈ ਦੇ ਰਹੀ ਆ ਤੇ ਅਸੀਂ ਦੇਖ ਕੇ ਅਣਦੇਖ ਕਰ ਰਹੇ ਹਾਂ ਉਸ ਚੀਜ਼ ਨੂੰ ਤੇ ਅਸੀਂ ਇਹਨਾਂ ਨੂੰ ਗੁਰੂ ਮੰਨ ਕੇ ਅੱਗੇ ਬੈਠੇ ਹੋਏ ਆ ਜਾਂ ਇਹਨਾਂ ਨੂੰ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਰਹੇ ਆ ਤੇ ਫਿਰ ਸਾਡਾ ਦਿਮਾਗ ਦਾ ਤਾਲਾ ਹੀ ਖੋਲ੍ਹਣ ਵਾਲਾ, ਹੋਰ ਤੇ ਕੁਛ ਨਹੀਂ ਹੈਗਾ। ਬੜੀਆਂ ਗੱਲਾਂ ਇਹੋ ਜਿਹੀਆਂ ਸਮਝਣ ਵਾਲੀਆਂ ਨੇ ਜਿਹੜੀਆਂ ਖੁੱਲ੍ਹੇ ਰੂਪ ਦੇ ਵਿੱਚ ਸਾਡੀਆਂ ਅੱਖਾਂ ਦੇਖਦੀਆਂ ਨੇ, ਸਾਡਾ ਦਿਮਾਗ ਕਿਉਂ ਨਹੀਂ ਉਸ ਚੀਜ਼ ਨੂੰ ਜਿਹੜਾ ਸੋਚਦਾ ਹੈਗਾ। ਵਕਫਾ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ। ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਅਖੀਰਲੇ ਪਲਾਂ ਦੇ ਵਿੱਚ ਹੋਰ ਗੱਲਬਾਤ ਕਰਾਂਗੇ। ਸੋ ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। 5 to 14 ਹੈ, ਫਿਰ ਤੁਸੀਂ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਅਗਰ ਤੁਸੀਂ ਮੇਰੇ ਗੈਸਟ ਬਣਨਾ ਚਾਹੁੰਦੇ ਹੋ, contact tv16toronto@gmail.com ਜਾਂ ਟੈਕਸਟ ਮੈਸੇਜ और WhatsApp करो 647-528-1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵਿਦ ਕਿਡਸ ਓਨਲੀ ਔਨ TV16 ਟੋਰਾਂਟੋ ਤੇ। ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲ੍ਹਾ ਸੱਦਾ। ਪ੍ਰੋਗਰਾਮ ਕਰਦਿਆਂ ਅਖੀਰਲੇ ਅਸੀਂ ਜਿਹੜਾ ਹੈ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹੈਗੇ ਹਾਂ। ਅੱਜ ਦਾ ਮੈਂ ਵਿਸ਼ਾ ਇਸ ਕਰਕੇ ਇਹ ਲਿਆ ਸੀਗਾ ਕਿ ਪਿਛਲੇ ਦਿਨਾਂ 'ਚ ਵੀ ਮੈਨੂੰ ਕਈ ਟੈਲੀਫੋਨ ਕਾਲਸ ਵੀ ਆਈਆਂ ਸੀਗੀਆਂ ਕਿ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈਗੀ ਆ। ਜਿੱਥੇ ਅਸੀਂ ਬਾਕੀ ਕੁਰੀਤੀਆਂ ਨੂੰ ਜਾਂ ਬਾਕੀ ਚੀਜ਼ਾਂ ਨੂੰ ਅਸੀਂ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈਗਾ। ਤੇ ਮੈਂ ਗੱਲ ਕਰਦਾ ਪਿਆ ਸੀ ਬ੍ਰੇਕ ਤੋਂ ਪਹਿਲਾਂ ਕਿ ਕਦੀ ਤੁਸੀਂ ਧਿਆਨ ਨਾਲ ਸੋਚਿਓ, ਸਮਝਿਓ, ਦੇਖਿਓ ਕਿ ਇਹਨਾਂ ਨੇ ਸਿੱਖ ਧਰਮ ਦੇ ਵਿੱਚ ਜਾਂ ਸਿੱਖੀ ਦੇ ਪ੍ਰਚਾਰ ਵਾਸਤੇ ਇਨਪੁਟ ਕਿੰਨੀ ਕੁ ਪਾਈ ਹੈਗੀ ਆ। ਸਾਰੇ ਇਹਨਾਂ ਦੇ ਜਿੰਨੇ ਜਿਹੜੇ ਨੇ ਦੀਵਾਨ ਕੱਢ ਕੇ ਦੇਖ ਲਓ, ਜਿਹੜੇ ਮਤਲਬ ਕਿ ਇਹ ਦੀਵਾਨ ਕਰਦੇ ਨੇ, ਕੀ ਉਹਨਾਂ 'ਚ ਬੋਲਦੇ ਨੇ। ਇੱਕ ਸਾਡੇ ਇੱਥੇ ਟੋਰਾਂਟੋ 'ਚ ਸਾਡੇ ਇੱਥੇ GTA ਏਰੀਆ ਦੇ ਵਿੱਚ ਵੀ ਜਿਹੜੇ ਦੀਵਾਨ ਆ 2 ਸਾਲ ਪਹਿਲਾਂ ਇੱਥੇ ਲੱਗੇ ਸੀ ਤੇ ਕਿਸੇ ਬੰਦੇ ਨੇ ਮੈਨੂੰ ਕਿਹਾ ਜੀ ਤੁਸੀਂ ਸੁਣੋ ਦੀਵਾਨ ਜ਼ਰੂਰ। ਉਹ ਆ ਰਿਹਾ ਸੀਗਾ ਤੇ ਉਹਦੇ ਕਹਿਣ ਤੇ ਕਹਿੰਦਾ ਜੀ ਤੁਸੀਂ ਦੇਖੋ। ਮੈਂ ਕਿਹਾ ਜੀ ਚਲੋ ਕੋਈ ਨਹੀਂ, ਦੇਖ ਲਵਾਂਗੇ। ਸੋ ਮੈਂ ਹਿਸਾਬ ਕਿਤਾਬ ਲਾਇਆ ਸਾਰਾ ਦਾ ਸਾਰਾ ਕਿ ਤਕਰੀਬਨ 47 ਮਿੰਟ ਦਾ ਪ੍ਰੋਗਰਾਮ ਸੀ। 47 ਮਿੰਟ ਦਾ ਜਿਹੜਾ ਉਹ ਪ੍ਰੋਗਰਾਮ ਹੋਣਾ, ਤਕਰੀਬਨ 3-4 ਮਿੰਟ ਉਹ ਲੈ ਕੇ 50 ਮਿੰਟ ਦਾ ਟੋਟਲ ਲਾ ਲਓ ਤੁਸੀਂ, ਹੈ ਨਾ। ਉਹਦੇ ਵਿੱਚੋਂ 1.5 ਮਿੰਟ ਗੁਰਬਾਣੀ ਦੀ ਗੱਲ ਕੀਤੀ ਗਈ, ਸਿਰਫ 1.5 ਮਿੰਟ। ਬਸ ਉਹ ਇੱਕ ਅੱਧੀ ਪੰਕਤੀ ਜੀ ਉਹ ਪੰਕਤੀ ਪੜ੍ਹੀ ਤੇ ਪੰਕਤੀ ਦੇ ਉੱਤੇ ਮਾੜਾ ਜਿਹਾ ਬੋਲ ਦਿੱਤਾ ਤੇ ਬਾਕੀ ਜਿੰਨੀਆਂ ਗੱਲਾਂ ਸੀ ਨਾ ਉਹ ਸਾਰੀਆਂ ਆਮ ਦੁਨਿਆਵੀ ਗੱਲਾਂ ਜਿਹੜੀਆਂ ਅਸੀਂ ਆਮ ਹੱਟੀ ਪੱਟੀ ਦੇ ਉੱਤੇ ਕਰਦੇ ਹਾਂ, ਆਮ ਅਸੀਂ ਲੋਕਾਂ 'ਚ ਵਿਚਰ ਕੇ ਕਰਦੇ ਹਾਂ,
ਆਮ ਲੋਕਾਂ ਦੇ ਨਾਲ ਉਹੋ ਜਿਹੀਆਂ ਗੱਲਾਂ ਕਰਦੇ ਆ, ਆਮ ਫੈਮਿਲੀ 'ਚ ਬੈਠ ਕੇ ਉਹੋ ਜਿਹੀਆਂ ਗੱਲਾਂ ਕਰਦੇ ਆ। ਤੇ ਮੈਨੂੰ ਹੈਰਾਨਗੀ ਹੋਈ, ਜਿਹੜੇ ਲੋਕ ਗੱਡੀਆਂ ਭਜਾ ਭਜਾ ਕੇ ਉੱਥੇ ਸੁਣਨ ਗਏ ਨੇ, ਉਹ ਕਿਹੜੇ ਗਿਆਨ ਦੀ ਪ੍ਰਾਪਤੀ ਕਰਕੇ ਆ ਗਏ ਨੇ ਇੱਥੋਂ। ਜਦੋਂ ਉਹ ਜਿੰਨੇ ਕੁ ਦਿਨ ਇੱਥੇ ਤਕਰੀਬਨ ਇਹ ਰਿਹਾ, ਤੇ ਮੈਨੂੰ ਹੈਰਾਨਗੀ ਗੁਰਦੁਆਰਾ ਸਾਹਿਬਾਨ ਦੇ ਉੱਤੇ ਵੀ ਆਈ ਕਿ ਭਾਈ ਤੁਸੀਂ ਇਹ ਲੋਕਾਂ ਨੂੰ ਲੈ ਕੇ ਕਿਹਨਾਂ ਦੇ ਕਹਿਣ ਦੇ ਉੱਤੇ ਆਉਂਦੇ ਹੈਗੇ ਹੋ। ਇਹ ਪ੍ਰਚਾਰ ਕਰਦੇ ਪਏ ਨੇ ਸਿੱਖੀ ਦਾ, ਕਿ ਸਿੱਖੀ ਦਾ ਘਾਣ ਕਰਦੇ ਪਏ ਨੇ। ਇਹਨਾਂ ਲੋਕਾਂ ਨੂੰ ਜਦੋਂ ਪਿੱਛੋਂ ਜਿਹੜਾ ਉਹ ਥਾਪੜਾ ਦਿੱਤਾ ਜਾਂਦਾ ਕਿ ਜਾਓ ਤੁਸੀਂ ਜਾ ਕੇ ਉੱਥੇ ਵਾਦ ਵਿਵਾਦ ਉੱਥੇ ਪੈਦਾ ਕਰੋ ਜਾ ਕੇ, ਕਿ ਜਿਹੜੇ ਲੋਕ ਅਸਲੀ ਪਰਮਾਤਮਾ ਨੂੰ ਜਿਹੜਾ ਹੈ ਉਹ ਸਮਝਦੇ ਨੇ ਜਾਂ ਗੁਰਬਾਣੀ ਨੂੰ ਸਹੀ ਤਰੀਕੇ ਦੇ ਨਾਲ ਸਮਝਦੇ ਨੇ, ਉਹਨਾਂ ਨਾਲ ਜਾ ਕੇ ਟਕਰਾਵ ਜਿਹੜਾ ਉਹ ਪੈਦਾ ਕਰੋ। ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਟਕਰਾਵ ਜਿਹੜਾ ਸੀਗਾ ਉਹ ਰੁਕਿਆ ਨਹੀਂ ਹੋਇਆ, ਪਰ ਕਈ ਲੋਕਾਂ ਦੀ ਨਾ ਇੰਟਰਵਿਊ ਤੇ ਬਾਈਟਸ ਲਈਆਂ ਗਈਆਂ ਉਹਨਾਂ ਦਿਨਾਂ ਦੇ ਵਿੱਚ। ਬੀਬੀਆਂ ਕਹਿ ਰਹੀਆਂ ਸੀ ਕਈ ਕਿ ਸਾਨੂੰ ਜਿਹੜਾ ਹੈ ਉਹ ਬਾਬਾ ਜੀ ਦੀ ਗੁਰਬਾਣੀ, ਬਾਬਾ ਜੀ ਦੀ ਬਾਣੀ ਸੁਣਨ ਤੋਂ ਰੋਕਿਆ ਕਿਉਂ ਜਾ ਰਿਹਾ ਹੈਗਾ। ਸੋ ਮੈਂ ਕਿਹਾ ਚਲੋ ਦੇਖਦੇ ਤਾਂ ਸਹੀ ਆ ਕਿ ਬਾਬੇ ਨੇ ਬਾਣੀ ਕਿਹੜੀ ਪੜ੍ਹੀ ਹੈਗੀ ਆ। ਸੋ 1.5 ਮਿੰਟ ਸਿਰਫ ਗੱਲਬਾਤ ਕੀਤੀ ਗਈ, ਤੇ ਉਹ 1.5 ਮਿੰਟ ਮੈਨੂੰ ਲੱਗਦਾ ਕਿ ਜਿਹੜਾ ਆਮ ਬੰਦਾ ਵੀ ਉਸ ਤੋਂ ਜ਼ਿਆਦਾ, ਜਿਹੜਾ ਕੋਈ ਨਿਤਨੇਮੀ ਬੰਦਾ ਹੈਗਾ ਜਾਂ ਆਮ ਬੰਦਾ ਵੀ ਹੈਗਾ, ਉਨੀ ਗੱਲ ਤਾਂ ਉਸ ਤੋਂ ਕਿਤੇ ਜ਼ਿਆਦਾ ਕਈ ਗੁਣਾ ਗੱਲ ਤਾਂ ਆਮ ਬੰਦਾ ਵੀ ਕਰ ਲੈਂਦਾ ਹੁੰਦਾ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਸਾਡੀ ਨੌਜਵਾਨ ਪੀੜ੍ਹੀ, ਜਿਹਦਾ ਇੱਕ ਬਹੁਤ ਕੀਮਤੀ ਸਮਾਂ ਹੈਗਾ, ਇਹਨਾਂ ਬਾਬਿਆਂ ਦੇ ਦੀਵਾਨਾਂ ਦੇ ਵਿੱਚ ਜਾ ਕੇ, ਇਹਨਾਂ ਅਪਗ੍ਰੇਡ ਬਾਬਿਆਂ ਦੇ ਦੀਵਾਨਾਂ ਦੇ ਵਿੱਚ ਜਾ ਕੇ ਪ੍ਰਾਪਤ ਕੀ ਕਰਕੇ ਆਉਣਾ ਚਾਹੁੰਦਾ ਹੈਗਾ, ਉਹਦੀ ਪ੍ਰਾਪਤੀ ਕੀ ਹੈ। ਤੇ ਮਾਫ ਕਰਨਾ, ਜਿਹੜੇ ਤੁਹਾਡੇ ਕੋਈ ਹੋਰ ਰਿਸ਼ਤੇਦਾਰ ਜਾਂ ਤੁਹਾਡੀ ਫੈਮਿਲੀ ਦੇ ਬੰਦੇ, ਤੁਹਾਡੇ ਪਰਿਵਾਰਕ ਮੈਂਬਰ, ਉਹਨਾਂ ਦੇ ਵਿੱਚ ਦੇਖ ਲਓ ਕਿ ਤੁਹਾਨੂੰ ਕੋਈ ਬਦਲਾਵ ਦਿਸਦਾ ਉਹਨਾਂ ਦੇ ਵਿੱਚ, ਉਹ ਜਿਹੜੀ ਪ੍ਰਾਪਤੀ ਉਹ ਕਰ ਗਏ ਆ, ਉਹੋ ਜਿਹੀ ਪ੍ਰਾਪਤੀ ਫਿਰ ਤੁਸੀਂ ਜਿਹੜੀ ਆ ਉਹ ਕਰ ਲੋਗੇ। ਕੋਈ ਵਕਤ ਕੋਈ ਚੇਂਜ ਜਿਹੜਾ ਉਹ ਆਇਆ, ਤੁਹਾਡੇ ਪੜ੍ਹੇ ਲਿਖੇ ਹੋਣ ਦਾ ਜਿਹੜਾ ਉਹ ਕੀ ਫਰਕ ਪਿਆ। ਗੁਰਬਾਣੀ ਅਵੇਲੇਬਲ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪੜ੍ਹ ਸਕਦੇ ਹੋ, ਅਰਥ ਜਿਹੜੇ ਨੇ ਉਹ ਸਾਰੇ ਦੇ ਸਾਰੇ ਤੁਹਾਡੇ ਕੋਲ ਇੰਟਰਨੈਟ ਦੇ ਉੱਤੇ ਅਵੇਲੇਬਲ ਨੇ। ਜਿਹੜਾ ਸਮਾਂ ਤੁਸੀਂ ਜਾ ਕੇ ਜਿਹੜਾ ਉਹਨੇ ਪੁੱਠੀਆਂ ਸਿੱਧੀਆਂ ਵਿਹੁਦਾ ਗੱਲਾਂ ਕਰਕੇ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਜਿਹੜਾ ਮਾਨਸਿਕ ਤੌਰ ਤੇ ਬਿਮਾਰ ਕਰਨਾ, ਉਸ ਬਿਮਾਰੀ ਤੋਂ ਤੇ ਬਚ ਸਕਦੇ ਹੈਗੇ ਹੋ। ਇਹ ਉਹ ਸਮਾਂ ਤਾਂ ਹੈ ਨਹੀਂ ਕਿ ਸਾਰੇ ਪਿੰਡ ਦੇ ਵਿੱਚ ਇੱਕ ਅੱਧਾ ਪੜ੍ਹਿਆ ਹੁੰਦਾ ਸੀਗਾ, ਜਿਹੜਾ ਚਿੱਠੀ ਵੀ ਪੱਤਰ ਨੂੰ ਤੇ ਸਾਈ ਚਿੱਠੀਆਂ ਪੜ੍ਹਨ ਨੂੰ ਵੀ ਰੱਖਿਆ ਹੁੰਦਾ ਸੀ, ਵਿਚਾਰਾ ਮਾੜਾ ਮੋਟਾ ਪੜ੍ਹਦਾ ਸੀ, ਜੋੜ ਕੇ ਉਹ ਪੜ੍ਹ ਲੈਂਦਾ ਸੀਗਾ। ਉਹ ਟਾਈਮ ਦੇ ਉੱਤੇ ਕੋਈ ਬਾਬੇ ਆਉਂਦੇ ਸੀਗੇ, ਜਿਹੜੀ ਗੱਲਬਾਤ ਸੁਣਾਉਂਦੇ ਸੀਗੇ, ਉਦੋਂ ਤੇ ਚਲੋ ਮੰਨ ਲਿਆ। ਪਰ 21ਵੀਂ ਸਦੀ ਦੇ ਵਿੱਚ ਜਿੱਥੇ ਸਾਰਾ ਕੁਝ ਅਵੇਲੇਬਲ ਆ, ਜਿੱਥੇ ਤੁਸੀਂ ਖੁਦ ਖੋਜੀ ਬਣ ਸਕਦੇ ਹੋ, ਜਿੱਥੇ ਤੁਸੀਂ ਖੁਦ ਖੋਜ ਸਕਦੇ ਹੋ, ਜਿੱਥੇ ਤੁਸੀਂ ਖੁਦ ਗੁਰਬਾਣੀ ਪੜ੍ਹ ਤੇ ਪੜ੍ਹਾ ਸਕਦੇ ਹੋ, ਉਹਦੇ ਅਰਥ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹੋ, ਉੱਥੇ ਤੁਹਾਨੂੰ ਇਹਨਾਂ ਬਾਬਿਆਂ ਦੀ ਲੋੜ ਕਿਉਂ ਪੈ ਰਹੀ ਹੈਗੀ ਆ। ਇਹਨਾਂ ਅਪਗ੍ਰੇਡ ਬਾਬਿਆਂ ਦੀ ਸਪੈਸ਼ਲੀ ਤੌਰ ਦੇ ਉੱਤੇ ਕਿਉਂ ਲੋੜ, ਜਿਹੜੇ ਤੁਹਾਨੂੰ ਤੁਹਾਡੀ ਸਿੱਖੀ ਨਾਲੋਂ ਤੋੜ ਰਹੇ ਨੇ, ਜੋੜ ਨਹੀਂ ਰਹੇ ਹੈਗੇ, ਬਿਲਕੁਲ ਜੋੜ ਨਹੀਂ ਰਹੇ ਹੈਗੇ। ਸੋ ਇਹ ਜਿਹੜੀ ਲੱਗੀ ਹੋਈ ਸਿਉਂਕ ਹੈਗੀ ਆ ਨਾ ਭਾਈ, ਇਹਦਾ ਇਲਾਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਕਈ ਵਾਰੀ ਲੱਗਦਾ ਹੈ ਕਿ ਇਸ ਵਾਦ ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੀਦਾ, ਪਰ ਅੱਜ ਤਾਂ ਕੁਝ ਬੰਦੇ ਬੈਠੇ ਇਹਨਾਂ ਨੂੰ ਕਾਊਂਟਰ ਕਰਦੇ ਪਏ ਨੇ। ਪਰ ਲੇਕਿਨ ਮੈਂ ਜਿੱਦਾਂ ਪਹਿਲਾਂ ਗੱਲ ਕਹੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਦਾ ਬੋਲਬਾਲਾ ਜ਼ਿਆਦਾ ਹੋ ਗਿਆ, ਤੇ ਸਾਡੀ ਆਉਣ ਵਾਲੀ ਜਨਰੇਸ਼ਨ ਤਾਂ ਇਹਨਾਂ ਦੇ ਜਿਹੜੇ ਲਫ਼ਜ਼ ਨੇ ਉਹਨਾਂ ਨੂੰ ਸੱਚ ਮੰਨ ਬੈਠੂਗੀ। ਨਾ ਸਾਡੀ ਕੋਈ ਸਿੱਖ ਹਿਸਟਰੀ ਨੂੰ ਕੋਈ ਸਮਝੇਗਾ, ਜਿਹੜੀ ਕਿ ਸਾਡੇ ਦੁਸ਼ਮਣ ਦੀ ਚਾਲ ਹੈਗੀ ਆ, ਨਾ ਸਾਡੇ ਗੁਰੂਆਂ ਨੂੰ ਉਸ ਤਰ੍ਹਾਂ ਉਸ ਰੂਪ ਦੇ ਵਿੱਚ ਇਹ ਲੋਕ ਜਿਹੜੇ ਨੇ ਉਹ ਪੇਸ਼ ਕਰਨਗੇ, ਕਿਉਂਕਿ ਅਲੱਗ ਰੂਪ ਵਿੱਚ ਪੇਸ਼ ਕਰ ਦੇਣਗੇ। ਸੋ ਇਹ ਸਰਕਾਰੀ ਬੰਦੇ, ਸਰਕਾਰੀ ਏਜੰਸੀਆਂ ਦੇ ਬੰਦੇ ਨੇ, ਇਹ ਬਾਬੇ ਬੂਬੇ ਕੋਈ ਨਹੀਂ। ਨਾ ਇਹ ਤੁਹਾਡੇ ਭਾਈ ਨੇ, ਭਾਈ ਬਣ ਕੇ ਤੁਹਾਨੂੰ ਲੁੱਟ ਰਹੇ ਨੇ, ਬਾਬੇ ਬਣ ਕੇ ਤੁਹਾਨੂੰ ਲੁੱਟ ਰਹੇ ਨੇ, ਆਪਣੇ ਅੰਪਾਇਰ ਖੜੇ ਕਰ ਰਹੇ ਨੇ। ਆਪਣੀ ਜਿਹੜੀ ਇਹਨਾਂ ਦੀ ਲਾਈਫ ਵੱਲ ਜਿਹੜਾ ਨਜ਼ਰ ਤਾਂ ਮਾਰਿਓ ਚੰਗੀ ਤਰ੍ਹਾਂ ਦੇ ਨਾਲ। ਇਹ ਜ਼ਿੰਦਗੀ ਇੱਕ ਤੁਹਾਡੇ ਭਰਾਵਾਂ ਵਰਗੀ ਜੀਂਦੇ ਨੇ,
ਕਿ ਜਾਂ ਇਹ ਜ਼ਿੰਦਗੀ ਜਿਹੜੀ ਆ ਉਹ ਇੱਕ ਲਗਜ਼ਰੀ ਲਾਈਫ ਜਿਹੜੀ ਆ ਉਹ ਜੀ ਰਹੇ ਹੈਗੇ ਨੇ। ਸਰਕਾਰੀ ਇਹਨਾਂ ਕੋਲ ਸਿਕਿਉਰਿਟੀ ਆ, ਸਰਕਾਰੀ ਤੌਰ ਦੇ ਉੱਤੇ ਵਿਚਰਦੇ ਨੇ। ਚੀਫ ਮਿਨਿਸਟਰਾਂ ਦੇ ਜਿਹੜੇ ਸਪੈਸ਼ਲ ਜਿਹੜੇ ਸਿਕਿਉਰਿਟੀ ਇੰਚਾਰਜ ਨੇ ਉਹ ਇਹਨਾਂ ਕੋਲ ਜਾ ਕੇ ਇਹਨਾਂ ਦੀ ਸਿਕਿਉਰਿਟੀ ਦਾ ਜਾਇਜ਼ਾ ਲੈਂਦੇ ਨੇ। ਤੇ ਮੈਨੂੰ ਦੱਸਿਓ ਤਾਂ ਜਰਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਕੋਲ ਕਿਹੜੀ ਸਰਕਾਰੀ ਸਿਕਿਉਰਿਟੀ ਸੀ ਨਾ ਉਹ ਸੰਤ ਤੇ ਸੀ ਨਾ ਉਹ ਸਿਪਾਹੀ ਜਿਨ੍ਹਾਂ ਨੇ ਸਿੱਖ ਕੌਮ ਦੀ ਅਗਵਾਈ ਕੀਤੀ? ਹੈ ਕੋਈ ਉਹਨਾਂ ਵਰਗਾ ਇਹਨਾਂ ਦੇ ਵਿੱਚੋਂ ਇੱਕ ਵੀ? ਇਹਨਾਂ ਦੀਆਂ ਪਜਾਮੀਆਂ ਤੇ ਗਿੱਲੀਆਂ ਹੋ ਜਾਣਗੀਆਂ ਜੇ ਇਹ ਨਾਰਮਲ ਵੀ ਕਿਸੇ ਜਗ੍ਹਾ ਦੇ ਉੱਤੇ ਖੜ ਜਾਣ ਕਿਤੇ। ਪਰ ਇਹਨਾਂ ਦੀ ਔਕਾਤ ਨਹੀਂ ਹੈ। ਇਹਨਾਂ ਦੀ ਔਕਾਤ ਕਿੱਥੋਂ ਆ? ਹੈ ਕੋਈ ਉਹਨਾਂ ਵਰਗਾ? ਹੈ ਕੋਈ ਆਪਣੀ ਜਿਹੜੀ ਕਥਨੀ ਤੇ ਕਹਿਣੀ ਦਾ ਪੱਕਾ ਹੋਵੇ, ਗੁਰਬਾਣੀ ਦਾ ਅਸਲੀ ਧਾਰਨੀ ਹੋਵੇ? ਕਰ ਸਕਦਾ ਉਹਨਾਂ ਵਰਗੇ ਅਰਥ ਕੋਈ ਇਹਨਾਂ ਦੇ ਵਿੱਚੋਂ? ਇਹ ਤਾਂ ਜਿਹੜੇ ਤੁਸੀਂ ਕੱਲ ਦੇ ਜੰਮੇ ਹੋਏ ਇਹ ਜਵਾਕ ਜਿਹੜੇ ਨੇ ਤੁਸੀਂ ਐਡੇ ਵੱਡੇ ਕਰ ਦਿੱਤੇ, ਐਡੇ ਵੱਡੇ ਇਹਨਾਂ ਨੂੰ ਬਣਾ ਦਿੱਤਾ ਕਿ ਅੱਜ ਇਹਨਾਂ ਨੂੰ ਤੁਸੀਂ ਐਡੇ ਵੱਡੇ ਰੁਤਬੇ ਦੇ ਦਿੱਤੇ। ਇਸ ਨੂੰ ਅਸੀਂ ਸਿੱਖੀ ਪ੍ਰਚਾਰ ਕਵਾਂਗੇ? ਮਾਫ ਕਰਨਾ, ਕਈ ਵਾਰੀ ਅਸੀਂ ਵੀ ਭਾਵੁਕ ਹੋ ਕੇ ਗੱਲਾਂ ਫਿਰ ਸਾਨੂੰ ਕਰਨੀਆਂ ਪੈਂਦੀਆਂ ਨੇ। ਪਰ ਜਰਾ ਸੋਚਿਓ, ਜਰਾ ਸਮਝਿਓ ਕਿ ਸਾਡਾ ਮੂੰਹ ਕਿੱਧਰ ਹੋਣਾ ਚਾਹੀਦਾ। ਸਾਡਾ ਮੂੰਹ ਹੋਣਾ ਚਾਹੀਦਾ ਗੁਰੂ ਵੱਲ। ਤੇ ਗੁਰੂ ਨੇ ਸਾਨੂੰ ਦਿੱਤਾ ਹੈ ਇੱਕੋ ਇੱਕ ਕਿ ਗੁਰੂ ਮਾਨਿਓ ਗ੍ਰੰਥ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇੱਧਰ ਉੱਧਰ ਜਿਹੜਾ ਬੰਦਾ ਗੱਲ ਕਰਦਾ, ਨਾ ਤੇ ਉਹ ਸਿੱਖ ਪ੍ਰਚਾਰਕ ਆ, ਨਾ ਉਹ ਸਿੱਖ ਬਾਬਾ, ਨਾ ਉਹ ਭਾਈ ਆ, ਨਾ ਕੁਛ ਹੋਰ ਹੈਗਾ। ਸੋ ਬੇਨਤੀ ਆ ਕਿ ਕਿਰਪਾ ਕਰਕੇ ਧਿਆਨ ਸਿਰਫ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ। ਇਹ ਸਾਡੀ ਆਉਣ ਵਾਲੀ ਪੀੜ੍ਹੀ ਦਾ ਜਿਹੜਾ ਖਜ਼ਾਨਾ ਹੈ, ਜੇ ਅਸੀਂ ਉਹਨਾਂ ਕੋਲ ਖਜ਼ਾਨਾ ਇਹ ਖੋਲਿਆ ਤੇ ਇਹਨਾਂ ਬਾਬਿਆਂ ਦੇ ਜਿਹੜੇ ਜਾਲ ਦੇ ਵਿੱਚ ਪੈ ਕੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਗਲਤ ਦਿਸ਼ਾ ਵੱਲ ਜਿਹੜਾ ਹੈ ਉਹ ਲੈ ਕੇ ਜਾਵਾਂਗੇ। ਸੋ ਪ੍ਰੋਗਰਾਮ ਦਾ ਸਮਾਂ ਦਰਸ਼ਕੋ ਸਮਾਪਤ ਹੈ। ਕੱਲ੍ਹ ਆਪਾਂ 9:30 ਵਜੇ ਦੁਬਾਰਾ ਪ੍ਰਮਾਤਮਾ ਨੇ ਚਾਹਿਆ ਤੇ ਪ੍ਰਮਾਤਮਾ ਨੇ ਸਾਹ ਬਖਸ਼ੇ ਤੇ ਤੁਹਾਡੀ ਕਚਹਿਰੀ 'ਚ ਦੁਬਾਰਾ ਹਾਜ਼ਰੀ ਜਿਹੜੀ ਆ ਉਹ ਲਵਾਵਾਂਗੇ। ਬਿਲਕੁਲ ਜਿਹੜਾ ਹੈ ਉਹ ਡਰਾਉਣਾ ਨਹੀਂ ਤੇ ਡਰਨਾ ਤੇ ਬਿਲਕੁਲ ਹੈ ਨਹੀਂ। ਭੈ ਕਾਹੂ ਕੋ ਦੇਤ ਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।